ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਗੁਰਬਾਣੀ ਗਿਆਨ ਪ੍ਰੋਗਰਾਮ। ਮੈਂ ਹਾਂ ਗੁਰਦੇਵ ਸਿੰਘ। ਇਹ ਪ੍ਰੋਗਰਾਮ ਉਹਨਾਂ ਗੁਰਮੁਖ ਪਿਆਰਿਆਂ ਲਈ ਹੈ ਜੋ ਗੁਰਬਾਣੀ ਨਾਲ ਪਿਆਰ ਕਰਦੇ ਨੇ, ਗੁਰਬਾਣੀ ਨਾਲ ਪ੍ਰੇਮ ਕਰਦੇ ਨੇ। ਉਹਨਾਂ ਗੁਰਮੁਖ ਪਿਆਰਿਆਂ ਲਈ ਇਹ ਪ੍ਰੋਗਰਾਮ ਜਿਹੜਾ ਹੈ ਉਹ ਲਿਖਿਆ ਗਿਆ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਗੁਰਬਾਣੀ ਨਾਲ ਸੰਬੰਧਿਤ ਕੋਈ ਵੀ ਸਵਾਲ ਹੈ ਉਹ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ। ਅਤੇ ਗੁਰਬਾਣੀ ਦੀ ਵਿਆਕਰਨ ਦੇ ਨਾਲ, ਗੁਰਬਾਣੀ ਦੇ ਅਰਥਾਂ ਦੇ ਨਾਲ ਇੱਕ ਨਿਰੋਲ ਗੁਰਬਾਣੀ ਉੱਤੇ ਆਧਾਰਿਤ ਪ੍ਰੋਗਰਾਮ ਹੈ। ਸੋ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਗੁਰਬਾਣੀ ਨਾਲ ਸੰਬੰਧਿਤ ਕੋਈ ਵੀ ਜਿਹੜਾ ਤੁਹਾਡਾ ਸਵਾਲ ਹੈ ਉਹ ਗੁਰਬਾਣੀ ਨਾਲ ਸੰਬੰਧਿਤ ਹੋਵੇ ਅਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਉਹ ਆਪਣਾ ਸਵਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਜਗਤ ਦੀ ਜਾਣੀ ਪਛਾਣੀ ਸ਼ਖਸੀਅਤ ਜਿਨ੍ਹਾਂ ਨੇ ਵੱਡਾ ਸਮਾਂ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ, ਇੱਕ ਗੁਰਬਾਣੀ ਦਾ ਅਭਿਆਸ ਕੀਤਾ ਹੈ। ਮੇਰੀ ਮੁਰਾਦ ਬਹੁਤ ਹੀ ਸਤਿਕਾਰਯੋਗ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲਿਆਂ ਤੋਂ ਹੈ। ਆਓ ਸਭ ਤੋਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਵੀ ਇਹ ਪ੍ਰੋਗਰਾਮ ਨਿਰੋਲ ਗੁਰਬਾਣੀ ਉੱਤੇ ਆਧਾਰਿਤ ਹੈ। ਸੋ ਤੁਸੀਂ ਗੁਰਬਾਣੀ ਨਾਲ ਸੰਬੰਧਿਤ ਜਿਹੜੇ ਹੈ ਸਵਾਲ ਤੁਸੀਂ ਸਾਨੂੰ ਕਰੋ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਬਾਪੂ ਜੀ ਤੁਹਾਨੂੰ ਦੇਣਗੇ। ਅਤੇ ਸਾਡਾ ਜਿਹੜਾ ਨੰਬਰ ਹੈ ਤੁਹਾਡੀ ਸਕਰੀਨ 'ਤੇ ਆ ਰਿਹਾ ਹੈ। ਸਾਡਾ ਨੰਬਰ ਹੈ 8872588829। ਦੁਬਾਰਾ ਇੱਕ ਵਾਰੀ ਫਿਰ 8872588829। ਇਸ ਫੋਨ 'ਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਰੱਖ ਸਕਦੇ ਹੋ ਅਤੇ ਸਵਾਲ ਗੁਰਬਾਣੀ ਨਾਲ ਹੀ ਸੰਬੰਧਿਤ ਹੋਵੇ ਅਤੇ ਇਹਦਾ ਇੱਕ ਧਿਆਨ ਰੱਖਣਾ। ਅਤੇ ਆਓ ਜਦ ਤੱਕ ਤੁਹਾਡੇ ਇਹ ਸਵਾਲਾਂ ਦੇ ਤੁਹਾਡੇ ਫੋਨ ਦੀ ਅਸੀਂ ਉਡੀਕ ਕਰਦੇ ਹਾਂ। ਅਸੀਂ ਕੁਝ ਸਾਡੇ ਪਹਿਲਾਂ ਦੇ ਜਿਹੜੇ ਸਵਾਲ ਹੈ, ਕੁਝ ਸਵਾਲ ਜਿਹੜੇ ਤੁਹਾਡੇ YouTube ਰਾਹੀਂ ਨਾਲ ਸਾਨੂੰ ਪਹੁੰਚੇ ਨੇ, ਉਹ ਸਵਾਲਾਂ ਨੂੰ ਅਸੀਂ ਵਿਚਾਰ ਲੈਂਦੇ ਹਾਂ। ਹਾਂਜੀ ਬਾਪੂ ਜੀ, ਅੱਜ ਦਾ ਪਹਿਲਾ ਸਵਾਲ ਜੀ, ਗੁਰਬਾਣੀ ਦੀ ਪੰਕਤੀ ਹੈ ਜੀ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਇਹਦੇ 'ਚ ਭੋ ਅਤੇ ਭਾਓ ਇਹਨਾਂ ਦੇ ਕੀ ਅਰਥ ਨੇ? ਭਾਉ ਦਾ ਅਰਥ ਹੈ ਡਰ, ਭਾਉ ਦਾ ਅਰਥ ਹੈ ਪ੍ਰੇਮ ਜੀ। ਭਾਉ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ ਜੀ। ਬਾਣੀ ਦਾ ਫਰਮਾਨ ਹੈ, ਭੈ ਬਿਨ ਭਗਤ ਨਾ ਹੋਵੇ ਜੀ। ਤੋ ਜੇ ਪੜ੍ਹਨ ਲੱਗਿਆਂ ਅਸੀਂ ਧਿਆਨ ਨਾ ਦਈਏ ਜੀ ਤਾਂ ਫਿਰ ਅਰਥਾਂ ਦਾ ਅਨਰਥ ਹੋ ਜਾਂਦਾ ਹੈ। ਜੀ। ਇਸ ਲਈ ਭਾਉ ਵੀ ਗੁਰਬਾਣੀ 'ਚ ਬਹੁਤ ਵਾਰੀ ਆਇਆ ਜੀ ਤੇ ਭਾਉ ਵੀ ਆਇਆ। ਜੀ। ਫਰਕ ਸਿਰਫ ਇੰਨਾ ਕਿ ਉਸ ਨੂੰ ਕਰਨਾ ਨਹੀਂ ਜੀ ਔਰ ਭਾਉ ਨੂੰ ਕਰਨਾ ਹੈ। ਜੀ। ਤੋ ਭਾਉ ਦਾ ਅਰਥ ਹੈ ਡਰ, ਜੀ। ਭਾਉ ਦਾ ਅਰਥ ਹੈ ਪ੍ਰੇਮ। ਭਾਵ ਦਾ ਅਰਥ ਹੈ ਪ੍ਰੇਮ। ਜਿਨ ਮਨ ਭਾਉ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਿਰਮਲ ਡਰ ਹੈ ਜੀ, ਉਹਨਾਂ ਦੇ ਅੰਦਰ ਹੀ ਭਾਉ ਪੈਦਾ ਹੋ ਸਕਦਾ, ਪ੍ਰੇਮ ਪੈਦਾ ਹੋ ਸਕਦਾ। ਜੀ ਜੀ ਜੀ। ਦੂਜਾ ਸਵਾਲ ਸੀ ਜੀ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਇੱਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਇਸ ਦੀ ਵਿਆਖਿਆ ਅਤੇ ਨਵ ਨਿਧੀ ਅਤੇ 18 ਸਿੱਧੀਆਂ ਕੀ ਨੇ? ਇਹ ਨਵ ਨਿਧੀਆਂ ਜਾਂ 18 ਸਿੱਧੀਆਂ ਕਿਹੜੀਆਂ ਕਿਹੜੀਆਂ ਕੀ ਹੈਗੀਆਂ? ਦੇਖੋ, ਗੁਰਬਾਣੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦਾ ਹਵਾਲਾ ਦਿੱਤਾ ਜਿਹੜੀਆਂ ਪ੍ਰਚਲਿਤ ਨੇ। ਗੁਰਮਤ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਜੀ। ਇਹ ਜੋਗੀ ਲੋਕ ਜਿਹੜੇ ਨੇ ਉਹ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਵਗੈਰਾ ਵਿੱਚ ਪਏ ਰਹਿੰਦੇ ਨੇ। ਜੀ। ਗੁਰਮਤ ਦਾ ਸਿਧਾਂਤ ਹੈ ਰਿੱਧ ਸਿੱਧ ਅਵਰਾ ਸਾਧ। ਜੀ। ਜੀ। ਇਹ ਪਰਮੇਸ਼ਰ ਤੋਂ ਤੋੜਨ ਵਾਲੀਆਂ ਚੀਜ਼ਾਂ ਹਨ। ਜੀ। ਹਾਂ, ਜੇ ਇਸ ਦੀ ਗਿਣਤੀ ਕਿਸੇ ਨੂੰ ਚਾਹੀਦੀ ਹੋਵੇ ਜੀ ਤੇ ਉਹ ਮਹਾਨ ਕੋਸ਼ ਵਿੱਚ ਲੱਭ ਜਾਂਦੀ। ਜੀ। ਕਿਉਂਕਿ ਸਾਡਾ ਇਹਦੇ ਨਾਲ ਕੋਈ ਬਹੁਤਾ ਡਾਇਰੈਕਟ ਸੰਬੰਧ ਨਹੀਂ। ਜੀ। ਅਸੀਂ ਗਿਣਤੀ ਨਹੀਂ ਕਰਦੇ ਜੀ। ਤੇ ਨਾ ਗਿਣਤੀ ਯਾਦ ਰੱਖਦੇ ਹਾਂ। ਜੀ। ਬਾਕੀ ਗੁਰਬਾਣੀ ਵਿੱਚ ਜਿੱਥੇ ਵੀ ਆਉਂਦਾ ਹੈ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ। ਜੀ। ਕਹਿਣ ਦਾ ਮਤਲਬ ਹੈ ਕਿ ਗੁਰੂ ਸਾਹਿਬ ਸਾਨੂੰ ਇਹ ਦ੍ਰਿੜ ਕਰਾਉਂਦੇ ਨੇ ਜੀ ਕਿ ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ, ਜੀ, ਇਹ ਸਾਰੀਆਂ ਸ਼ਕਤੀਆਂ ਉਹਦੇ ਪਿੱਛੇ ਪਿੱਛੇ ਤੁਰ ਪੈਂਦੀਆਂ। ਜੀ ਜੀ। ਇਸ ਲਈ ਸਾਨੂੰ ਅੰਬ ਖਾਣੇ ਚਾਹੀਦੇ ਨੇ,
ਜੀ ਬੂਟੇ ਨਹੀਂ ਗਿਣਨੇ ਚਾਹੀਦੇ। ਜੀ ਜੇ ਅਸੀਂ ਰਿੱਧੀਆਂ ਦੀ ਗਿਣਤੀ ਕਰ ਵੀ ਲਵਾਂਗੇ, ਜੀ ਸਿੱਧੀਆਂ ਦੀ ਗਿਣਤੀ ਕਰ ਵੀ ਲਵਾਂਗੇ, ਜੀ ਨਿੱਧੀਆਂ ਦੀ ਗਿਣਤੀ ਕਰ ਵੀ ਲਵਾਂਗੇ, ਜੀ ਤਾਂ ਗੁਰਮਤ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਜੀ 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 ਗੁਰਬਾਣੀ ਵਿੱਚ ਤੇ ਇਹ ਲਿਖਿਆ ਕਿ ਬ੍ਰਹਮ ਬਿੰਦ ਹੈ, ਜੀ ਜਿਹੜਾ ਬ੍ਰਹਮ ਨੂੰ ਖੋਜੇਗਾ, ਬ੍ਰਹਮ ਨੂੰ ਜਾਣੇਗਾ, ਜੀ ਤਿਸ ਦਾ ਬ੍ਰਹਮਤ ਰਹਿ। ਜੀ ਉਹਦਾ ਬ੍ਰਹਮ ਜਾਣਨ ਦਾ ਜਿਹੜਾ ਮਤ ਹੈ ਜੀ ਤਥਾ ਜੋ ਉਸ ਦੇ ਬ੍ਰਾਹਮਣ ਹੋਣ ਦਾ ਪ੍ਰਮਾਣ ਹੈ ਜੀ ਉਹ ਕਾਇਮ ਰਹੇਗਾ। ਜੀ ਬ੍ਰਹਮ ਬਿੰਦ ਹੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵਲਾਏ। ਜੀ ਇੱਕ ਪਰਮਾਤਮਾ ਦੇ ਨਾਮ ਨਾਲ, ਹੁਕਮ ਨਾਲ ਲਿਵ ਲਾਉਣੀ ਕਰੇ, ਜੀ ਤੇ ਜਿਹੜਾ ਪਰਮਾਤਮਾ ਦੇ ਨਾਮ ਨਾਲ ਬ੍ਰਿਤੀ ਲਾਏਗਾ, ਜੀ ਉਹਦਾ ਸਿਮਰਨ ਕਰੇਗਾ, ਨਵ ਨਿਧੀ ਜੀ 18 ਸਿੱਧੀ ਜੀ ਪਿੱਛੇ ਲੱਗੀਆਂ ਫਿਰੇ। ਜੀ ਉਹਨੂੰ ਇਹਨਾਂ ਦੇ ਪਿੱਛੇ ਦੌੜਨ ਦੀ ਲੋੜ ਨਹੀਂ, ਜੀ ਇਹ ਉਹਦੇ ਪਿੱਛੇ ਪਿੱਛੇ ਦੌੜ ਪੈਣਗੇ। ਅਬ ਜੋ ਵੀ ਹੋਣਗੀਆਂ ਜਾਂ ਜਿਹੜੀਆਂ ਵੀ ਹੈਗੀਆਂ, ਜਿਹੜੇ ਵੀ ਲੋਕ ਪਹਿਲਾਂ ਰਿੱਧੀਆਂ ਸਿੱਧੀਆਂ ਸੀ, ਉਹਨਾਂ ਨੂੰ ਗੁਰਸਿੱਖ ਨੂੰ ਜਾਣ ਦੀ ਲੋੜ ਹੀ ਨਹੀਂ ਉਹਦੇ ਲੋੜ ਪਿੱਛੇ। ਹੀ ਨਹੀਂ ਹੈਗੀ। ਉਹ ਗੁਰਸਿੱਖ ਲਈ ਤੇ ਗੁਰੂ ਸਾਹਿਬ ਦਾ ਹੁਕਮ ਹੈ ਜੀ ਕਿ 10 ਨੌਆਂ ਦੀ ਕਿਰਤ ਕਰੇ, ਜੀ ਨਾਮ ਜਪੇ, ਜੀ ਵੰਡ ਛਕੇ। ਜੀ ਇਹ ਹੈ, ਸਾਰੀਆਂ ਚੀਜ਼ਾਂ ਹਨ, ਜੀ ਜੀ ਪਰ ਗੁਰਮਤ ਵਿੱਚ ਇਹਨਾਂ ਦੀ ਕੋਈ ਮਹੱਤਤਾ ਨਹੀਂ। ਜੀ ਗੁਰਮਤ ਵਿੱਚ ਇੱਕ ਪ੍ਰਭੂ ਦੇ ਸਿਮਰਨ ਦੀ ਮਹੱਤਤਾ। ਜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ, ਜੀ ਉਹਦਾ ਇੱਕੋ ਇੱਕ ਮਕਸਦ ਹੈ ਜੀ ਕਿ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਤ। ਜੀ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਪੁਤ। ਜੀ ਏਕੋ ਹੈ ਭਾਈ, ਏਕੋ ਹੈ ਜੀ ਸਾਹਿਬ ਮੇਰਾ, ਏਕੋ ਹੈ। ਜੀ ਹਾਂ, ਜੇ ਇਹਨਾਂ ਨੂੰ ਸਿਰਫ ਇਹਦੀ ਗਿਣਤੀ ਦੀ ਲੋੜ ਚਾਹੀਦੀ ਹੋਵੇ ਜੀ ਜਾਂ ਜਗਿਆਸਾ ਹੋਵੇ, ਜੀ ਇਹ ਮਹਾਨ ਕੋਸ਼ ਵਿੱਚੋਂ ਉਹ ਪ੍ਰਕਰਨ ਕੱਢ ਕੇ ਜੀ ਉਹਦੇ ਅੱਗੇ ਲਿਖਿਆ ਵੀ ਇਹ 9 ਨਿਧੀਆਂ ਨੇ, ਜੀ ਇਹ 18 ਸਿੱਧੀਆਂ ਨੇ, ਜੀ ਉਹ ਯਾਦ ਕਰ ਲੈਣ। ਜੀ ਜੀ ਕਿਉਂਕਿ ਇਹਦਾ ਗੁਰਮਤ ਨਾਲ ਕੋਈ ਤਲਕ ਨਹੀਂ, ਜੀ ਇਸ ਲਈ ਅਸੀਂ ਗਿਣਤੀ ਨਹੀਂ ਕਰਦੇ। ਜੀ 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 ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਇਹਨਾਂ ਬਚਨਾਂ ਦੇ ਅਰਥ ਕਰਨਾ ਜੀ। ਹਾਂ, ਇਹਨਾਂ ਦੇ ਅਰਥ ਬਹੁਤ ਪ੍ਰਭਾਵਸ਼ਾਲੀ ਨੇ, ਜੀ ਕਿਉਂਕਿ ਜਿਹੜੇ ਪਰਮਾਤਮਾ ਦੇ ਨਾਲ ਇਕਮਿਕ ਹੋ ਜਾਂਦੇ ਨੇ, ਜੀ ਉਹਨਾਂ ਦੀ ਗੱਲਬਾਤ ਵਿੱਚ ਜੀ ਕੋਈ ਪਰਦੇਦਾਰੀ, ਕੋਈ ਦੀਵਾਰ ਨਹੀਂ ਹੁੰਦੀ। ਜੀ ਉਹ ਪਰਮੇਸ਼ਵਰ ਨਾਲ ਸਿੱਧੀਆਂ ਗੱਲਾਂ ਕਰਦੇ ਨੇ, ਜੀ ਜਿਵੇਂ ਕਿ ਭਗਤਾਂ ਨੇ ਕੀਤੀਆਂ ਨੇ। ਜੀ ਰੱਬ ਨੂੰ ਕਹਿੰਦੇ ਨੇ, ਹੇ ਪਰਮਾਤਮਾ ਜੀ, ਜੀ ਜੋ ਹਮ ਬੰਦੇ ਮੋਹ ਫਾਸ, ਜੀ ਜੋ ਜੇ ਜੀ ਤੁਸੀਂ ਸਾਨੂੰ ਮੋਹ ਦੀ ਫਾਈ 'ਚ ਬੰਨਿਆ ਸੀ, ਜੀ ਜੀ ਅਸੀਂ ਤੁਹਾਡਾ ਸਿਮਰਨ ਕਰਕੇ ਜੀ ਅਸੀਂ ਤੇ ਮੋਹ ਦੀ ਫਾਈ ਤੋਂ ਗਏ ਹਾਂ ਛੁੱਟ। ਜੀ ਹੁਣ ਤੁਹਾਨੂੰ ਅਸੀਂ ਆਪਣੇ ਪ੍ਰੇਮ ਦੀ ਫਾਈ 'ਚ ਬੰਨ੍ਹੇ ਹਾਂ, ਬਣੇ ਜੀ ਤੁਹਾਡਾ ਸਿਮਰਨ ਕਰਕੇ। ਜੀ ਹੁਣ ਤੁਸੀਂ ਛੁੱਟਣ ਦਾ ਯਤਨ ਕਰੋ। ਜੀ ਫਿਰ ਪੜੋ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਜੀ ਜੀ ਅਸੀਂ ਤੁਹਾਨੂੰ ਪ੍ਰੇਮ ਦੇ ਬੰਧਨ ਵਿੱਚ ਬੰਨ ਲਿਆ, ਜੀ ਆਪਣੇ ਛੁੱਟਣ ਕੋ ਯਤਨ ਕਰੋ। ਜੀ 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 ਤੁਸੀਂ ਹੁਣ ਆਪਣਾ ਛੁੱਟਣ ਦਾ ਫਿਕਰ ਕਰੋ। ਜੀ ਜੀ ਹਮ ਛੂਟੇ ਤੁਮ ਆਰਾਧੇ। ਅੱਜ ਤਾਂ ਛੁੱਟ ਕੇ ਤੁਹਾਨੂੰ ਆਰਾਧ ਕੇ ਤੁਹਾਡਾ ਸਿਮਰਨ ਕਰਕੇ, ਤੁਹਾਡੇ ਸਿਮਰਨ ਦੀ ਬਰਕਤ ਨਾਲ ਜੀ ਤੁਹਾਡੀ ਰਹਿਮਤ ਹੋ ਗਈ ਹੈ। ਜੀ ਅਸੀਂ ਤੇ ਮੋਹ ਫਾਸ ਹੋ ਗਏ ਛੁੱਟ, ਜੀ ਪਰ ਤੁਹਾਨੂੰ ਅਸਾਂ ਬੰਨ ਲਿਆ। ਜੀ ਹੁਣ ਤੁਸੀਂ ਆਪਣੇ ਛੁੱਟਣ ਦਾ ਫਿਕਰ ਕਰੋ। ਜੀ ਹੁਣ ਤੁਸੀਂ ਦੇਖੋ ਕਿਵੇਂ ਛੁੱਟਣਾ ਹੈ। ਗੁਰੂ ਸਾਹਿਬ ਨੂੰ ਕਹਿ ਰਹੇ ਨੇ ਭਗਤ ਰਵਿਦਾਸ। ਪਰਮੇਸ਼ਰ ਨੂੰ। ਹਾਂ, ਹਾਂਜੀ, ਇੱਕ ਆਪਣਾ ਸੰਸਕ੍ਰਿਤੀ ਦੇ ਵਿੱਚ ਆਉਂਦੇ ਨੇ ਹਲੰਤ ਜੇ ਨੀਚੇ ਸ਼ਬਦ ਆਉਂਦੇ ਨੇ ਜਿਹੜੇ, ਉਹਨਾਂ ਦਾ ਉਚਾਰਨ ਜਿਵੇਂ ਇੱਕ ਹੈਗਾ ਜੀਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ, ਤੇ ਜੈਨ ਕਲਾ ਉਹ ਨਖੱਤਰ ਜਿਹੜਾ ਸ਼ਬਦ ਹੈ ਜੀ, ਮੈਂ ਨਖੱਤਰ। ਸਭ ਸਮਝ ਗਿਆ। ਜੀ ਜੀ ਅਸਲ ਵਿੱਚ
ਸੰਸਕ੍ਰਿਤੀ ਸ਼ਲੋਕਾਂ ਦੇ ਨਿਯਮ ਨੂੰ ਸਮਝਣਾ ਪੈਂਦਾ। ਜੀ ਜਿਹੜੇ ਪੈਰ ਵਿੱਚ ਅੱਖਰ ਨੇ ਜੀ ਉਹ ਪੂਰੇ ਨਾਲੋਂ ਅੱਧੇ ਬੋਲਦੇ ਨੇ। ਪਹਿਲੀ ਗੱਲ ਤਾਂ ਇਹ। ਜੀ ਜੀ ਖਾਸ ਕਰਕੇ ਜਿਹੜਾ ਤੁਸੀਂ ਨਖੇਤਰ ਬਾਰੇ ਗੱਲ ਕੀਤੀ ਹੈ, ਜੀ ਜੇ ਤੇ ਮੂੰਹ ਖੁੱਲਦਾ ਹੋਵੇ ਖੱਬੇ ਪਾਸੇ ਜੀ ਉਹ ਹੈ ਅੱਧਾ ਹਾਹਾ, ਜੀ ਜੇ ਮੂੰਹ ਖੁੱਲਦਾ ਹੋਵੇ ਸੱਜੇ ਪਾਸੇ ਜੀ ਉਹ ਹੈ ਅੱਧਾ ਯਈਆ। ਜੀ ਹੁਣ ਤੁਸੀਂ ਜਿਵੇਂ ਨਖੇਤਰ ਦਾ ਜ਼ਿਕਰ ਕੀਤਾ ਜੀ ਤਾਂ ਇੱਥੇ ਖੱਖੇ ਦੇ ਪੈਰ ਵਿੱਚ ਅੱਧਾ ਯਈਆ ਹੈ। ਜੀ ਇਹਨੂੰ ਹਲੰਤ ਨਹੀਂ ਕਿਹਾ ਜਾ ਸਕਦਾ। ਜੀ ਹਲੰਤ ਉਹ ਹੁੰਦਾ ਹੈ ਜਿਹੜਾ ਹਾਹੇ ਦਾ ਚੌਥਾ ਹਿੱਸਾ ਹੈ। ਜੀ ਜਿਵੇਂ ਪੜ ਹੈ, ਪੜ ਇਹ ਸੱਜੇ ਪਾਸੇ ਨੂੰ ਜਿਹੜਾ ਖੁੱਲਦਾ ਉਹ ਯਹੀ ਆ। ਉਹ ਯਈਆ। ਠੀਕ ਹੈ ਜੀ, ਠੀਕ ਹੈ। ਜਿਹੜਾ ਖੱਬੇ ਪਾਸੇ ਨੂੰ ਖੁੱਲਦਾ ਹੈ ਉਹ ਉਹ ਹਾ ਹੈ, ਅੱਧਾ ਹਾ। ਠੀਕ ਹੈ, ਠੀਕ ਹੈ। ਜਿਵੇਂ ਹੁਣ ਪੜ ਦੇ ਰਾੜੇ ਥੱਲੇ ਜੀ ਅੱਧਾ ਹਾਹਾ ਹੈ, ਜੀ ਉਹਨੂੰ ਅਸੀਂ ਬੋਲਾਂਗੇ ਪੜ ਨਹੀਂ ਕਹਿਣਾ। ਜੀ ਪੜ ਪੁਸਤਕ ਸੰਧਿਆ ਬਾਧੰ, ਜੀ ਸਿਲ ਪੂਜਸ ਬਗੁਲ ਸਮਾਧੰ, ਜੀ ਮੁਖ ਝੂਠ ਬਭੂਖਣ ਸਾਰੰ, ਜੀ ਤ੍ਰੈ ਪਾਲ ਤੇ ਹਾਲ ਵਿਚਾਰੰ। ਜੀ तो ये नियम याद रखा जाए, जी फिर पाठ करने वाले नू बहुत जल्दी समझ आवेगी। जी हाँ, सारा समझाना होवे ते फिर सारे संस्कृति श्लोकां दा पाठ यूट्यूब ते कीता होया, जी ਉਹਦੇ अर्थ भी कीते होए ने, जी ਉਹਦੇ ਉਚਾਰਨ ਬਾਰੇ भी हर गल समझाई हुई है। ਤੇ ਮੋٹے ਮੋٹے ਕੋਈ ਨਿਯਮ ਤੁਹਾਡੇ? ਨਿਯਮ ਦੱਸ ਦਿੱਤੇ ਨੇ ਤੁਹਾਨੂੰ, 4 ਨੇ। ਜੀ ਜਿਹੜੇ ਤੇ ਪੈਰਾਂ ਵਿੱਚ ਅੱਖਰ ਨੇ ਜੀ ਉਹ ਇੱਕ ਤਾਂ ਪੂਰੇ ਦੀ ਬਜਾਏ ਅੱਧੇ ਨੇ, ਜੀ ਉਹਦੀ ਆਵਾਜ਼ ਘਟਾਈ ਗਈ। ਜੀ ਜੀ ਜਿਹੜੀ ਅਖੀਰਲੇ ਅੱਖਰ ਨੂੰ ਟਿੱਪੀ ਆਂਦੀ ਹੈ ਜੀ ਉਹਨੂੰ ਕੁਝ ਲੋਕ ਗੱਗਾ ਕਰਕੇ ਬੋਲਦੇ ਨੇ, ਜੀ ਹਾਂਜੀ ਕੁਝ ਸੰਸਕ੍ਰਿਤ ਪੜ੍ਹਨ ਵਾਲੇ ਮੰਮਾ ਕਰਕੇ ਬੋਲਦੇ ਨੇ। ਹਾਂਜੀ ਉਹ ਦੋਵੇਂ ਹੀ ਗਲਤ ਨੇ। ਜੀ ਅਸਲ ਵਿੱਚ ਉਹ ਜਿੱਥੋਂ ਨੱਕ ਸਾਡਾ ਸ਼ੁਰੂ ਹੁੰਦਾ ਹੈ ਜੀ ਉੱਥੋਂ ਉਹਦੀ ਆਵਾਜ਼ ਬੰਦ ਹੋ ਜਾਂਦੀ। ਜੀ ਪੜ ਪੁਸਤਕ ਸੰਧਿਆ ਬਾਧੰ, ਜੀ ਸਿਲ ਪੂਜਸ ਬਗਲ ਸਮਾਧੰ, ਜੀ ਮੁਖ ਝੂਠ ਬਭੂਖਣ ਸਾਰੰ। ਜੀ ਨਾ ਉਹਨੂੰ ਗੱਗਾ ਬੋਲਣਾ, ਨਾ ਉਹਨੂੰ ਮੰਮਾ ਬੋਲਣਾ। ਜੀ ਉਹ ਇਸ ਤਰ੍ਹਾਂ ਨੱਕ ਦੇ ਵਿੱਚ ਰਹਿ ਜਾਏਗੀ ਆਵਾਜ਼। ਜੀ ਜੀ ਤੇ ਇਹ ਬਾਰੇ ਦੱਸਦਾ ਹੈ, ਹਾਏ ਬਾਰੇ ਦੱਸ ਦਿੱਤਾ। ਜੀ ਤੇ ਪੈਰ ਜਿਹੜੇ ਅੱਖਰ ਨੇ, ਤੱਤਾ ਹੈ, ਜੋ ਵੀ ਹੈ, ਹਾਂਜੀ ਉਹ ਪੰਕਤੀਆਂ ਪੜ੍ਹ ਕੇ ਪਤਾ ਲੱਗਦਾ ਹੈ ਬਿਲਕੁਲ ਬਿਲਕੁਲ ਜੀ ਉਹ ਅੱਧੀ ਆਵਾਜ਼ ਹੈ। ਜੀ 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 ਹੋਰ ਕੋਈ ਨਿਯਮ ਨਹੀਂ। ਜੀ ਇੱਕ ਇੱਕ ਓੰਕਾਰ ਜਿਹੜਾ ਸ਼ਬਦ ਹੈ ਜੀ, ਇਹਦਾ ਉਚਾਰਨ ਵੀ ਜਿਹੜਾ ਕਰਦੇ ਨੇ ਉਹ ਕਈ ਬੰਦੇ, ਉਹ ਇਹ ਸਵਾਲ ਸੀ, ਕਹਿੰਦੇ ਵੀ ਇਹਦਾ ਉਚਾਰਨ ਸਹੀ ਕੀ ਹੈ? ਕੋਈ ਓਮਕਾਰ ਕਰਨ, ਇੱਕ ਓਮਕਾਰ, ਤੇ ਇਹਦਾ ਉਚਾਰਨ ਸਹੀ ਕੀ ਹੈ ਜੀ? ਦੇਖੋ, ਇਹਦਾ ਉਚਾਰਨ ਅੱਜ ਕੱਲ੍ਹ ਬਹੁਤ ਪ੍ਰਚਲਿਤ ਵੀ ਹੋ ਗਿਆ ਤੇ ਦੱਸਿਆ ਵੀ ਜਾ ਰਿਹਾ। ਜੀ ਜੀ ਮੀਡੀਆ ਦਾ ਬੜਾ ਫਾਇਦਾ ਹੋ ਗਿਆ ਜੀ ਕਿ ਘਰ ਬੈਠੇ ਲੋਕ ਸਿੱਖ ਸਕਦੇ ਨੇ। ਜੀ ਇਹ ਹੈ ਇੱਕ। ਜੀ ਗਲਤੀ ਕਿੱਥੇ ਹੁੰਦੀ ਹੈ? ਜਿੱਥੇ ਅਸੀਂ ਇੱਕ ਨੂੰ ਓਮ ਨਾਲ ਮਿਲਾ ਦਿੰਦੇ ਹਾਂ। ਜੀ ਇੱਕਮ, ਇੱਕਮ ਹੈ ਏਕਮ, ਨਾ ਇਹ ਇੱਕਮ ਹੈ ਨਾ ਏਕਮ ਹੈ। ਜੀ ਇੱਕ ਓੰਕਾਰ, ਜੀ 3 ਹਿੱਸਿਆਂ ਤੇ ਬਣੇਗਾ। ਇੱਕ ਜੀ ਓੰਕਾਰ, ਜੀ ਕਿਉਂਕਿ ਵੇਦ ਕਾਲ ਤੋਂ ਪੁਰਾਤਨ ਸ਼ਬਦ ਜਿਹੜਾ ਹੈ ਓਮ ਹੈ। ਜੀ ਸਭ ਤੋਂ ਪਵਿੱਤਰ ਅੱਖਰ ਜੀ ਵੇਦਾਂ ਵਿੱਚ ਓਮ ਮੰਨਿਆ ਗਿਆ, ਜੀ ਜਿਸ ਦੇ ਅਰਥ ਉਹਨਾਂ ਦੀ ਥਿਊਰੀ ਦੇ ਮੁਤਾਬਕ जी ओ से उत्पत्ति करने वाला, जी आज से रक्षा तथा पालन करने वाला, जी माँ से अर्थ है मार देने वाला। जी ਉਹ ਇਹਨੂੰ ਕਹਿੰਦੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼। जी ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਦੇ ਅੱਗੇ ਇੱਕ ਲਾ ਦਿੱਤਾ। ਜੀ ਆਖਿਆ ਅਸਲ ਵਿੱਚ ਜੀ ਇਹ ਸਾਰੇ ਸੰਸਾਰ ਦਾ ਮੁੱਢ ਇੱਕ ਹੈ। ਜੀ ਉਹ ਇੱਕ ਹੀ ਪੈਦਾ ਕਰਦਾ ਹੈ, जी ਉਹ ਇੱਕ ਹੀ ਪਾਲਣ ਕਰਦਾ ਹੈ ਜੀ ਔਰ ਇੱਕ ਹੀ ਮਾਰਨ ਦੀ ਸਮਰੱਥਾ ਰੱਖਦਾ ਹੈ। जी ਪਰ ਉਹ ਇੱਕ ਜਿਹੜਾ ਸਰਵ ਸ਼ਕਤੀਮਾਨ ਹੈ, जी ਉੱਪਰਲੀ ਜਿਹੜੀ ਕਾਰ ਹੈ, जी ਉਹ ਇਹ ਦੱਸਦੀ ਕਿ ਉਹ ਸਰਵ ਵਿਆਪਕ ਹੈ। जी ਤੋ ਹੁਣ ਜਿਹਨੂੰ ਇਹ ਅਰਥ ਸਮਝ ਆ ਜਾਣਗੇ जी ਉਹਨੂੰ ਉਚਾਰਨ ਕਰਨ ਵਿੱਚ ਕੋਈ ਦਿੱਕਤ ਨਹੀਂ ਆਏਗੀ। जी ਹਾਂ, ਬਿਲਕੁਲ ਹੀ ਅਨਪੜ੍ਹ ਨਾ ਹੋਵੇ, जी
ਥੋੜਾ ਜਿਹਾ ਧਿਆਨ ਕਰੇ। ਜੀ ਜੀ ਇੱਕ ਓੰਕਾਰ, ਜੀ ਫਿਰ ਇਹਦਾ ਲਿਖਤੀ ਰੂਪ ਵੀ ਗੁਰਬਾਣੀ ਵਿੱਚ ਓੰਕਾਰ ਬਾਣੀ ਵਿੱਚ ਆਉਂਦਾ ਹੈ। ਜੀ ਓੰਕਾਰ ਬ੍ਰਹਮਾ ਉਤਪਤ, ਜੀ ਓੰਕਾਰ ਕੀਆ ਜਨ ਚਿਤ। ਜੀ ਉੱਥੇ ਊੜੇ ਦਾ ਮੂੰਹ ਖੁੱਲਾ, ਜੀ ਐੜੇ ਨੂੰ ਟਿੱਪੀ, ਜੀ ਕੱਕੇ ਨੂੰ ਕਾ ਕਰਨਾ, ਜੀ ਰਾਰੇ ਨੂੰ ਰਾਉ ਅੰਕੜ। ਜੀ ਇਹ ਤਾਂ ਹੈ ਨਾਉਨ। ਜੀ ਪਰ ਜਿੱਥੇ ਓੰਕਾਰ ਨੇ ਕੋਈ ਕੰਮ ਕੀਤਾ, ਜੀ ਉੱਥੇ ਓੰਕਾਰ ਦੇ ਰਾਰੇ ਨੂੰ ਸਿਆਰੀ ਲੱਗ ਗਈ। ਜੀ ਉਹ ਕਿਰਿਆ ਹੈ, ਵਰਬ ਹੈ। ਜੀ ਓੰਕਾਰ ਕੀਆ ਉਤਪਤ, ਜੀ ਓੰਕਾਰ वेद निर्मय। ਜੀ तो ਇਹਦਾ ਉਚਾਰਨ ਇੱਕ ਓੰਕਾਰ ਹੈ। ਇੱਕ ਓੰਕਾਰ। ਜੀ ਜੀ ਏਕਮ ਓੰਕਾਰ ਨਹੀਂ ਕਹਿਣਾ, ਜੀ ਓੰਕਾਰ ਨਹੀਂ ਕਹਿਣਾ, ਓਮਕਾਰ ਨਹੀਂ ਕਹਿਣਾ, ਇੱਕ ਓੰਕਾਰ। ਜੀ 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 ਇੱਕ ਆਪਣਾ ਚੌਪਈ ਦੇ ਵਿੱਚ ਸ਼ਬਦ ਆਉਂਦਾ ਜੀ, ਜੋ ਕਲ ਕੋ ਇੱਕ ਬਾਰ। ਹੁਣ ਇਹਨੂੰ ਜਿਹੜਾ ਹਾਂ ਸ਼ਬਦਾਂ ਧਿਆਏ ਹੈ ਬੋਲ ਦਿੰਦੇ, ਜਾਂ ਧੇ ਹੈ ਬੋਲ ਦਿੰਦੇ, ਵੀ ਇਹ ਇੱਕ ਇਦਾਂ ਹੀ ਆ ਹੈ, ਇਹ ਦੋਨੇ ਐ ਹੈ, ਇਹਨਾਂ ਦਾ ਉਚਾਰਨ। ਆ ਦੇਖੋ, ਹੈ ਤੇ ਸਾਰੀ ਅਨਪੜ੍ਹਤਾ, ਜੀ 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 ਔਰ ਕਿਸੇ ਕੋਲੋਂ ਨਾ ਸਿੱਖ ਕੇ ਜੀ ਆਪ ਟੱਕਰਨਾ ਮਾਰਨੀਆਂ, ਜੀ ਜੀ ਉਹਦੀ ਤਾਂ ਇਹ ਮੁਸ਼ਕਲ ਰਹੇਗੀ। ਜੇ ਧੱਦੇ ਦੀ ਸਿਆਰੀ ਵੱਖਰੀ ਕਰ ਦਿਓ ਜੀ ਤੇ ਪਿੱਛੇ ਰਹਿ ਜਾਏਗਾ ਐੜੇ ਨੂੰ ਐਦ ਲਾਵਾਂ, ਹਾਏ ਨੂੰ ਹੈਦ ਲਾਵਾਂ। ਜੀ ਉਹਦਾ ਉਚਾਰਨ ਐ ਹੈ, ਐ ਹੈ। ਆਏ ਹੈ ਨਹੀਂ। ਹਾਂਜੀ ਇਹ ਸਾਡੀ ਅਗਿਆਨਤਾ ਹੈ ਕਿ ਅਸੀਂ ਉਹਨੂੰ ਧਿਆਏ ਹੈ ਬਣਾ ਦਿੰਦੇ ਹਾਂ। ਜੀ ਤੋ ਜਦੋਂ ਐੜੇ ਨੂੰ ਐਦ ਲਾਵਾਂ, ਹਾਏ ਨੂੰ ਹੈਦ ਲਾਵਾਂ, ਜੀ ਐ ਹੈ, ਜੀ ਉਹਦੇ ਅੱਗੇ ਧੱਦੇ ਨੂੰ ਸਿਆਰੀ ਲਾ ਦਿਓ, ਧਿਆ ਹੈ। ਕੋਈ ਮੁਸ਼ਕਲ ਨਹੀਂ। ਪਰ ਅਸੀਂ ਅੱਖਾਂ ਮੀਚ ਕੇ ਧਿਆਇਆ ਹੈ ਪੜੀ। ਜੋ ਮਰਜ਼ੀ ਪੜੀ ਜਾਂਦੇ ਹਾਂ। ਜੀ 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 ਦੋ ਹੀ ਗੱਲਾਂ ਨੇ, ਹਾਂਜੀ ਜਾਂ ਸਿੱਖੋ ਜੀ ਜਾਂ ਸਮਝੋ। ਜੀ ਇਸੇ ਲਈ ਸਕੂਲਾਂ 'ਚ ਲਿਖਿਆ ਹੁੰਦਾ ਹੈ, ਸਿੱਖਣ ਲਈ ਆਓ ਤੇ ਸੇਵਾ ਲਈ ਜਾਓ। ਜੀ ਜੀ ਹੁਣ ਸਿੱਖਾਂ ਵਿੱਚ ਸਿੱਖਣ ਵਾਲੀ ਗੱਲ ਤੇ ਰਹੀ ਕੋਈ ਨਹੀਂ। ਜੀ ਅਬਲੇ ਤੇ ਕਿਸੇ ਨੂੰ ਕੋਈ ਦੱਸ ਨਹੀਂ ਸਕਦਾ, ਜੀ ਦੱਸੇ ਤੇ ਅਗਲਾ ਡੰਗ ਚੱਕ ਲੈਂਦਾ। ਜੀ ਜੀ ਕੌਣ ਦੱਸੇ? ਜੀ ਸਾਨੂੰ ਪੜ੍ਹਾਇਆ ਗਿਆ ਸੀ ਜੀ ਸਾਡੇ ਉਸਤਾਦ ਜੀ ਵੱਲੋਂ ਜੀ ਵੀ ਇੱਕ ਪਾਲਿਸੀ ਰੱਖਿਓ ਜ਼ਿੰਦਗੀ ਵਿੱਚ, ਜੀ ज्ञानी के हम गुरु हैं, जी अज्ञानी के दास। जी जी उसने ठाया डंडा, जी हमने जोड़े हाथ। जी ਜਿਹੜਾ ਤੇ ਸਿੱਖਣਾ ਚਾਹੇ जी ਉਹਨੂੰ ਸਿਖਾਓ, ਜੀ। ਸਮਝਾਓ। बड़ी डूंगी ਇੱਕ गल। ਵਾਰੀ ਨਹੀਂ 100 ਵਾਰੀ ਸਮਝਾਓ। जी 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 ਪਰ ਜਿਹੜਾ ਅੱਗੋਂ ਨਾਰਾਜ਼ਗੀ ਕਰੇ, जी ਆਖੇ ਮੈਂ ਨਹੀਂ ਸਿੱਖਣਾ, ਤੇ ਉਹਦੇ ਨਾਲ ਮੱਥਾ ਵੀ ਨਾ ਮਾਰੋ। जी जी ਤਾਂ ਤੁਸੀਂ ਪੁੱਛਿਆ, ਮੈਂ ਤੁਹਾਨੂੰ ਦੱਸਦਾ जी ਵੀ ਧੱਦੇ ਦੀ ਸਿਆਰੀ ਵੱਖਰੀ ਕਰ ਦਿਓ, जी ਪਿੱਛੇ ਕੀ ਰਹਿ ਜਾਏਗਾ? ਐ ਹੈ। जी ਉਹਨੂੰ ਆਏ ਹੈ ਕਿਵੇਂ ਬਣਾਓਗੇ? जी जी ਤੇ ਉਹਦੇ ਅੱਗੇ ਧੱਦੇ ਨੂੰ ਸਿਆਰੀ ਰੱਖਦੇ ਹੈ, ਨਾਲ ਅੱਗੇ ਲਿਖਿਆ ਹੋਇਆ, जी ਜੋ ਕਲ ਮੈਂ ਇੱਕ ਬਾਰ ਧਿਆ ਹੈ, है ਤਾਂ ਕਿ ਕਾਰਨ ਨਿਕਟ ਨ ਐ ਹੈ। है ਉਹਨੂੰ ਆਏ ਹੈ ਕਿਵੇਂ ਬਣਾਓਗੇ? जी जी ਹਾਂ ਵੀ ਕਿਉਂਕਿ ਕਹਿੰਦੇ ਨਾ ਵੀ ਬਾਣੀ ਸੌਖੀ ਹੈ ਚੌਪਈ ਸਾਹਿਬ ਦੀ, ਉਹ ਜਦੋਂ ਵੀ ਸੁਣੀਦਾ ਮੈਂ ਇਦਾਂ ਹੀ ਧਿਆਏ ਹੈ, ਉਹ ਸਹੀ ਉਚਾਰਨ ਹੀ ਨਹੀਂ ਹੁੰਦਾ ਹੈਗਾ। ਉਹ ਤੁਹਾਡੀ ਗੱਲ। ਕੁਝ ਮੁਸ਼ਕਲਾਂ ਸਾਡੀਆਂ ਗੁਰਦੇਵ ਸਿੰਘ ਜੀ ਇਸ ਲਈ ਪੈਦਾ ਹੋ ਰਹੀਆਂ ਨੇ ਜੀ ਕਿ ਸਾਡੇ ਜਿਹੜੇ ਕੇਂਦਰੀ ਅਸਥਾਨ ਨੇ, ਜੀ ਜੋ ਉੱਥੋਂ ਉਚਾਰਨ ਹੁੰਦਾ ਹੈ, ਜੀ ਜੀ ਉਹਨੂੰ ਲੋਕ ਜ਼ਿਆਦਾ ਮਹੱਤਤਾ ਦਿੰਦੇ ਨੇ। ਜੀ 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 ਦੇਣੀ ਵੀ ਚਾਹੀਦੀ ਹੈ, ਜੀ ਪਰ ਉੱਥੇ ਜਿਹੜੇ ਬੈਠੇ ਨੇ ਸੱਜਣ, ਜੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਉਹਨਾਂ ਦਾ ਉਚਾਰਨ ਸਾਰਾ ਸੰਸਾਰ ਸੁਣਦਾ ਹੈ, ਜੀ ਤੇ ਉਹਦੇ ਉੱਤੇ ਲੋਕ ਫਿਰ ਦ੍ਰਿੜ ਹੋ ਜਾਂਦੇ ਨੇ। ਜੀ ਤਾਂ ਉਹਦੇ ਤੋਂ ਅਸੀਂ ਬਚਣਾ ਚਾਹੀਦਾ। ਜੀ ਉਹਦੇ ਲਈ ਸਾਡੇ ਮੁੱਖ ਵਿਦਵਾਨਾਂ ਨੂੰ ਜੀ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਮੁਸ਼ਕਲਾਂ ਨੇ, ਜੀ ਇਹਨਾਂ ਦਾ ਬੈਠ ਕੇ ਸੰਗਤੀ ਤੌਰ ਤੇ ਜੀ। ਹੱਲ ਕਰ ਲੈਣਾ ਚਾਹੀਦਾ। ਜੀ ਜੀ ਬਾਕੀ ਮੈਂ ਤੁਹਾਨੂੰ ਦੱਸਦਾ ਵੇ, ਧਿਆ ਹੈ, ਜੀ ਐ ਹੈ, ਜੀ ਇਹਨੂੰ ਧਿਆਏ ਹੈ, ਆਏ ਹੈ ਨਹੀਂ ਪੜ। ਜੀ ਜੀ ਸੋ ਤੁਸੀਂ ਦੇਖ ਰਹੇ ਹੋ ਗੁਰਬਾਣੀ ਗਿਆਨ ਪ੍ਰੋਗਰਾਮ। ਤਾਂ ਤੁਸੀਂ ਸਾਰਿਆਂ ਨੂੰ, ਤੁਹਾਨੂੰ ਪਤਾ ਹੀ ਹੈ ਵੀ ਇਹ ਜੋ ਪ੍ਰੋਗਰਾਮ ਹੈ ਰੋਲ ਗੁਰਬਾਣੀ ਉੱਤੇ ਆਧਾਰਿਤ ਹੈ। ਗਿਆਨੀ ਸਾਹਿਬ ਸਿੰਘ ਜੀ ਮਾਰਕੰਡੇ ਵਾਲੇ, ਜੋ
ਗੁਰਬਾਣੀ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਨੇ, ਬੜਾ ਇਹਨਾਂ ਦਾ ਅਭਿਆਸ ਹੈ ਗੁਰਬਾਣੀ ਤੇ ਉਹ ਤੁਹਾਡੇ ਸਵਾਲਾਂ ਦੇ ਜਵਾਬ ਦੇ ਰਹੇ ਨੇ। ਤੇ ਸਾਡੀ ਤੁਹਾਨੂੰ ਸਾਰਿਆਂ ਨੂੰ ਇਹੀ ਹੈ ਵੀ ਤੁਸੀਂ ਵੱਧ ਤੋਂ ਵੱਧ ਇਸ ਪ੍ਰੋਗਰਾਮ ਨਾਲ ਜੁੜੋ, ਇਸ ਪ੍ਰੋਗਰਾਮ ਨੂੰ ਅਗਾਂਹ ਵੀ ਸ਼ੇਅਰ ਕਰੋ ਵੱਧ ਤੋਂ ਵੱਧ ਸੰਗਤਾਂ ਤੱਕ, ਤਾਂ ਕਿ ਇਹ ਪ੍ਰੋਗਰਾਮ ਪਹੁੰਚ ਸਕੇ। ਸੋ ਬਾਪੂ ਜੀ, ਇੱਕ ਨੈਕਸਟ ਸਵਾਲ ਸੀ ਵੀ ਆਪੇ 10 ਵਰਨ ਉਪਾਇਨ, ਆਪੇ ਬ੍ਰਹਮ ਆਪ ਰਾਜ ਲਿਆ, ਆਪੇ ਮਰੇ ਆਪੇ ਛੋੜੈ, ਆਪੇ ਬਖਸ਼ ਕਰੇ। ਮਰੇ ਨਹੀਂ ਮਾਰੇ। ਹਾਂਜੀ, ਆਪੇ ਮਾਰੈ ਆਪੇ ਛੋੜੈ, ਆਪੇ ਬਖਸ਼ ਕਰੇ ਦਿਆ। ਇਹਦੇ ਅਰਥ ਨਹੀਂ, ਜਦੋਂ ਸ਼ਬਦ ਆਪੇ ਆ ਜਾਂਦਾ ਨਾ, ਜੀ ਜੀ ਇਹ ਸਾਰੀ ਗੱਲ ਦਾ ਨਿਰਣਾ ਕਰ ਦਿੰਦਾ ਜੀ ਵੀ ਇਹ ਸਾਰੇ ਸੰਸਾਰ ਦਾ ਜੀ ਜਿਹੜਾ ਕ੍ਰੀਏਟਰ ਹੈ, ਕਰਤਾ ਹੈ, ਜੀ ਰਚਨਹਾਰ ਹੈ, ਜੀ ਉਹ ਪਰਮਾਤਮਾ ਹੈ। ਜੀ ਜੀ ਤੇ ਉਸ ਨੇ ਹੀ ਜੀ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਜੀ ਜੀ ਜਿਤਨੇ ਵੀ ਅਗਲੀਆਂ ਚੀਜ਼ਾਂ ਨੇ, ਹਾਂਜੀ ਇਹ ਸਭ ਅਸੀਂ ਬਣਾ ਲਈਆਂ ਨੇ, ਜੀ ਪਰ ਇਸ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਜਿਹੜਾ ਹੈ, ਜੀ ਉਹ ਪਰਮਾਤਮਾ। ਜੀ ਗੁਰਬਾਣੀ ਵਿੱਚ ਲਿਖਿਆ ਹੈ, ਜੀ ਅਰਬਦ ਨਰਬਦ ਜੀ ਤੁੰਦੂਕਾਰਾ, ਜੀ ਤਰਨ ਗਗਨਾ ਹੁਕਮ ਅਪਾਰਾ। ਜੀ ਪਹਿਲਾਂ ਕਿਹਾ ਅਰਬਦ। ਜੀ ਅਰਬਦ ਕੀ ਹੁੰਦਾ ਹੈ? ਇਹ ਗਿਣਤੀ ਦਾ ਸ਼ਬਦ ਹੈ, ਜੀ ਅਰਬਾਂ ਸਾਲ। ਔਰ ਬਸ ਫਿਰ ਆਖਿਆ ਨਰਬਦ ਨਾ, ਹੂੰ, ਇਸ ਤੋਂ ਵੀ ਵੱਧ ਪਤਾ ਹੀ ਨਹੀਂ। ਜੀ ਜੀ ਤੁੰਦੂਕਾਰ ਸੀ, ਜਦੋਂ ਨਾ ਕੋਈ ਧਰਤੀ ਸੀ, ਜੀ ਨਾ ਆਕਾਸ਼ ਸੀ, ਜੀ ਕੋਈ ਚੀਜ਼ ਹੈ ਹੀ ਨਹੀਂ ਸੀ। ਜੀ ਅਰਬਦ ਨਰਬਦ ਤੁੰਦੂਕਾਰਾ, ਜੀ ਤਰਨ ਗਗਨਾ ਹੁਕਮ ਅਪਾਰਾ। ਜੀ ਉਹਦਾ ਹੁਕਮ ਹੀ ਹੁਕਮ ਸੀ, ਜੀ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ। ਜੀ ਸੁਨ ਸਮਾਧ ਲਗਾਇਦਾ, ਜੀ ਇੱਕੋ ਸਮਾਂ ਸੀ। ਜੀ ਉਹਨੂੰ ਗੁਰੂ ਨਾਨਕ ਸਾਹਿਬ ਨੇ ਆਦ ਸੱਚ ਕਿਹਾ। ਜੀ ਫਿਰ ਜਦੋਂ ਉਹਦੀ ਮੌਜ ਆਈ, ਜੀ ਫਿਰ ਉਸਨੇ ਕੀਤਾ ਪਸਾਓ, ਏਕੋ ਕਵਾਓ, ਜੀ। ਤਿਸਤੇ ਹੋਏ ਲਖ ਦਰਿਆਓ। ਜੀ ਤੋ ਆਪੇ 10 ਵਰਨ ਉਪਾਇਨ। ਜੀ ਇਹ ਉਹਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜੀ ਜਿਹਦੇ ਚ 10 ਵਰਨ ਕਹ ਲਓ, ਇਹ ਸਭ ਵਰਣਨ ਨੇ ਜੀ ਜਿਨ੍ਹਾਂ ਦਾ ਆਮ ਲੋਕਾਂ ਵਿੱਚ ਵਰਣਨ ਹੈ, ਜੀ ਪਰ ਇਹ ਸਾਰੇ ਦੀ ਉਤਪਤੀ ਕਰਨ ਵਾਲਾ ਜੀ ਪਰਮਾਤਮਾ ਹੈ। ਜੀ ਜੀ ਅੱਗੇ ਚਲੇ ਚਲੋ, ਜੀ ਉਹ ਅੱਗੇ ਕੋਈ ਅਰਥ ਔਖੇ ਨਹੀਂ ਹੈਗੇ। ਜੀ ਮਤਲਬ ਇਹ ਸਾਰੀ ਖੇਡ ਉਸਦੀ ਆਪਣੀ ਹੈ। ਜੀ 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 ਇੱਕ ਬੀਬੀ ਜੀ ਨੇ ਉਹਨਾਂ ਨੇ ਪੁੱਛਿਆ ਸੀ ਜੇ ਬੀਬੀ ਹਰਮਿੰਦਰ ਕੌਰ ਜੀ ਨੇ ਯੂਨੀਵਰਸਿਟੀ 'ਚ ਲੱਗੇ ਨੇ ਉਹ, ਤੇ ਉਹ ਕਹਿੰਦੇ ਸੀ ਵੀ ਨੱਚਣ ਕੁੱਦਣ ਮਨ ਕਾ ਚਾਓ। ਆਪਾਂ ਪਹਿਲਾਂ ਵੀ ਇਹ ਪੰਕਤੀ ਦੀ ਗੱਲ ਕੀਤੀ ਵੀ ਇਹ ਨੱਚਣ ਕੁੱਦਣ ਮਨ ਕਾ ਚਾਓ, ਵੀ ਇਹਦੇ ਕੀ ਭਾਵ? ਅਸਲ ਵਿੱਚ ਸਾਡੀ ਬਦਕਿਸਮਤੀ ਇਹ ਹੈ ਜੀ ਕਿ ਜਿਸ ਸ਼ਬਦ ਵਿੱਚ ਇਹ ਪੰਕਤੀ ਹੈ, ਜੀ ਉਹਨੂੰ ਅਸੀਂ ਆਦ ਤੋਂ ਨਹੀਂ ਨਹੀਂ ਪੜ੍ਹਦੇ। ਪੜ੍ਹਦੇ ਜੀ 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 ਪਹਿਲਾਂ ਵੀ ਤੁਸੀਂ ਕਿੰਨੀ ਵਾਰ ਹਾਂ, ਹਾਂਜੀ ਇਹ ਕਿਉਂਕਿ ਮੈਨੂੰ ਰੋਜ਼ ਲੋਕਾਂ ਦੇ ਕਮ ਸੇ ਕਮ ਸੈਂਕੜੇ ਫੋਨ ਸੁਣਦਾ, ਜੀ ਤੇ ਨਾਲ ਦੀ ਨਾਲ ਉਹਦਾ ਉੱਤਰ ਵੀ ਦੇਣਾ। ਜੀ ਇਹ 100 ਵਿੱਚੋਂ 99% ਹੀ ਮੁਸ਼ਕਲ ਹੈ। ਜੀ ਅੱਖਰ ਨਾਲ ਜੁੜ ਜਾਣਗੇ, ਜੀ ਪੰਕਤੀ ਨਾਲ ਜੁੜ ਜਾਣਗੇ। ਜੀ ਮੈਂ ਬੜੀ ਨਿਮਰਤਾ ਨਾਲ ਬੇਨਤੀ ਕਰਦਾ ਜੀ ਕਿ ਉਹ ਸਾਰਾ ਸ਼ਬਦ ਪੜ੍ਹੋ। ਜੀ ਗੁਰੂ ਨਾਨਕ ਪਾਤਸ਼ਾਹ ਦੀ ਆਸਾ ਕੀ ਵਾਰ ਵਿੱਚ ਇਹ ਜਿਹੜਾ ਸ਼ਲੋਕ ਹੈ, ਉਹਦੀ ਇਹ ਪੰਕਤੀ ਹੈ। ਜੀ ਉਹਦੇ ਵਿੱਚ ਮਹਾਰਾਜ ਨੇ ਜਿਹੜੇ ਰਾਸ ਧਾਰੀਏ ਨੇ, ਜੀ ਉਹਨਾਂ ਦਾ ਜ਼ਿਕਰ ਕੀਤਾ ਹੈ, ਜੀ ਜਿਸ ਵਿੱਚ ਪਾਤਸ਼ਾਹ ਕਹਿੰਦੇ ਨੇ ਘੜੀਆਂ ਸਭੇ ਗੋਪੀਆਂ, ਜੀ ਪੈਰ ਕੰਨ ਗੋਪਾਲ, ਜੀ ਗਹਿਣੇ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ, ਜੀ ਸਗਲੀ ਧਰਤੀ ਮਾਲ ਤਨ ਬਰਤਨ ਸਰਬ ਜੰਜਾਲ। ਜੀ ਨਾਨਕ ਮੁਸੈ ਗਿਆਨ ਮੇ ਹੁਣੀ, ਹਾਂਜੀ ਖਾਏ ਗਿਆ ਜਮਕਾਰ। ਜੀ ਜੀ ਫਿਰ ਅੱਗੇ ਵਾਇਨ ਚੇਲੇ ਨੱਚਨ ਗੁਰ, ਪੈਰ ਹਲਾਇਨ ਫੇਰਨ ਸਿਰ, ਜੀ ਉੱਡ ਉੱਡ ਰਾਵਾ ਝਾਟੈ ਪਾਏ, ਜੀ ਵੇਖੈ ਲੋਕ ਹਸੈ ਕਰ ਜਾਏ। ਜੀ ਰੋਟੀਆਂ ਕਾਰਨ ਪੂਰੇ ਤਾਲ, ਜੀ ਆਪ ਪਛਾੜੈ ਧਰਤੀ ਨਾਲ। ਜੀ ਜੀ ਗਾਵਨ ਗੋਪੀਆਂ ਗਾਵਨ ਕੌਣ, ਗਾਵਨ ਸੀਤਾ ਰਾਜੇ ਰਾਮ। ਹਾਂਜੀ
ਇਹ ਸਾਰੀ ਰਾਸ ਲੀਲਾ ਤੇ ਰਾਮ ਲੀਲਾ ਜੀ ਇਹ ਉਹਦਾ ਵਰਣਨ ਹੈ। ਜੀ ਅਖੀਰ ਵਿੱਚ ਮਹਾਰਾਜ ਆਪਣਾ ਫੈਸਲਾ ਕਰਦੇ ਨੇ ਜੀ ਵੀ ਇਹ ਤੇ ਸਭ ਮਨ ਦੇ ਬਲਬਲੇ ਨੇ। ਜੀ ਅਸਲ ਗੱਲ ਤੇ ਬਣਨੀ ਹੈ ਨਾਨਕ ਜਿਨ ਮਨ ਪਾਓ ਤਿਨਾ ਮਨ ਤਿਨਾ ਮਨ ਪਾਓ। ਜੀ ਜੀ ਇਹਨੂੰ ਲੋਕ ਛੱਡ ਦਿੰਦੇ ਨੇ ਜੀ ਕਿਉਂਕਿ ਆਪਣਾ ਜੀ ਕਰਦਾ ਗਿੱਧੇ ਪਾਉਣ ਨੂੰ, ਜੀ ਨੱਚਣ ਨੂੰ, ਭੰਗੜੇ ਪਾਉਣ ਨੂੰ। ਹਾਂਜੀ ਬਾਣੀ ਦੀ ਪੰਕਤੀ ਦੀ ਓਟ ਲੈ ਲਾ, ਨੱਚਣ ਕੁਦਨ ਮਨ ਕਾ ਚਾਓ। ਹਾਂਜੀ ਹਾਂਜੀ ਅਗਲੀ ਗੱਲ ਪੜ੍ਹਦੇ ਹੀ ਨਹੀਂ। ਜੀ ਨਾਨਕ ਜਿਨ ਮਨ ਪਾਓ ਤਿਨਾ ਤਿਨਾ ਮਨ ਪਾਓ। ਜੀ ਜਿਹੜੇ ਅਸ਼ਲੀਲ ਨੱਚਣੇ ਨੇ, ਜੀ ਧੀਆਂ ਭੈਣਾਂ ਬੱਚੀਆਂ, ਇਹ ਗਲਤ ਨੇ। ਜੀ ਇਹ ਸਗੋਂ ਸਾਡੀ ਅਸ਼ਲੀਲਤਾ ਨੂੰ, ਚੰਚਲਤਾ ਨੂੰ ਵਧਾਉਂਦੇ ਨੇ। ਜੀ ਮਹਾਰਾਜ ਨੇ ਨਿਚੋੜ ਕੱਢਿਆ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ। ਜੀ ਉਹਦੇ ਨਿਰਮਲ ਡਰ ਵਿੱਚ ਰਹਿ ਕੇ ਜੀ ਮਰਿਆਦਾ ਵਿੱਚ ਰਹੋ। ਜੀ ਕੋਈ ਇਹੋ ਜਿਹਾ ਨਾਚ ਕਰਨਾ, ਕੋਈ ਇਹੋ ਜਿਹਾ, ਇਹ ਅੱਛੀ ਬਾਤ ਨਹੀਂ। ਜੀ ਉਹ ਸਾਰਾ ਵਰਣਨ ਪਹਿਲਾਂ ਸ਼ਲੋਕ 'ਚ ਕੀਤਾ ਹੈ। ਜੀ ਬਦਕਿਸਮਤੀ ਹੈ ਕਿ ਅਸੀਂ ਉਸ ਸ਼ਲੋਕ ਨੂੰ ਪਛਾ ਜੀ ਜੀ ਮੈਨੂੰ ਤੇ ਇਸ ਗੱਲ ਦਾ ਵੀ ਉਲਾਂਭਾ ਹੈ, ਸਮਝ ਲਓ ਜੀ ਵੀ ਸਾਡੇ ਗੁਰੂ ਕੇ ਕੀਰਤਨੀਏ ਜਿਹੜੇ ਨੇ, ਜੀ ਜਿਹੜੇ ਰੋਜ਼ ਆਸਾ ਕੀ ਵਾਰ ਦਾ ਕੀਰਤਨ ਕਰਦੇ ਨੇ, ਜੀ ਉਹ ਵੀ ਇਸ ਸੰਬੰਧੀ ਚੇਤਨ ਨਹੀਂ ਹੈ। ਜੀ ਜੀ ਬਸ ਉਹਨਾਂ ਡਿਊਟੀ ਸਮਝ ਕੇ ਕਰ ਜਾਂਦੇ ਨੇ। ਜੀ ਜੇ ਉਹ ਵਿਚਾਰ ਕੇ ਕਰਨ ਤੇ ਲੋਕਾਂ ਨੂੰ ਜਾਗਰਤੀ ਆਵੇ। ਜੀ ਜੀ ਪਰ ਪਹਿਲਾਂ ਸਾਨੂੰ ਆਪ ਜਾਗਰਤੀ ਹੋਣੀ ਚਾਹੀਦੀ। ਜੀ ਮੈਂ ਫਿਰ ਇਹੋ ਹੀ ਬੇਨਤੀ ਕਰਾਂਗਾ ਬੀਬੀ ਜੀ ਨੂੰ ਵੀ, ਜੀ ਸਾਰੇ ਸਿੱਖ ਜਗਤ ਨੂੰ, ਜੀ ਸਾਰੇ ਗੁਰਬਾਣੀ ਦੇ ਪਾਠ ਕਰਨ ਵਾਲਿਆਂ ਨੂੰ, ਜੀ ਕਿ ਜਿਸ ਪੰਕਤੀ ਦਾ ਤੁਸੀਂ ਜਾਣਨਾ ਚਾਹੁੰਦੇ ਹੋ ਜੀ ਉਹ ਸਾਰਾ ਸ਼ਬਦ ਪੜੋ। ਜੀ ਜਦੋਂ ਉਸ ਸ਼ਬਦ ਨੂੰ ਪੜੋਗੇ ਤੁਹਾਨੂੰ ਫਟ ਸਮਝ ਆ ਜਾਏਗੀ ਵੀ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ। ਜੀ ਜੀ ਇਹਦੇ 'ਚ ਨੱਚਣ ਕੁੱਦਣ ਦੀ ਖੁੱਲ੍ਹ ਨਹੀਂ ਦਿੱਤੀ। ਹਾਂਜੀ ਕਿਹਾ ਨਾਨਕ ਜਿਨ ਮਨ ਪਾਓ ਜੀ ਤਿਨਾ ਮਨ ਪਾਓ। ਹਾਂਜੀ ਉਹ ਜਿਹੜੇ ਨੱਚ ਨੱਚ ਕੇ ਗੁਰੂ ਪਰਮਾਤਮਾ ਦੀ ਭਗਤੀ ਕਰਦੇ ਆ ਜਾਂ ਉਹਨਾਂ ਵਾਸਤੇ ਇਹ ਜਿਹੜਾ ਸ਼ਬਦ ਉਹਦਾ ਖੰਡਨ ਹੈ। ਉਹਨਾਂ ਦਾ ਖੰਡਨ ਕੀਤਾ ਵੀ ਹਾਂ ਇਹ ਤਾਂ ਪਰਮਾਤਮਾ ਦਾ ਜਿਹੜਾ ਪ੍ਰੇਮ ਉਹ ਇਸ ਤਰ੍ਹਾਂ ਮਿਲਣਾ ਜਿਨ੍ਹਾਂ ਦੇ ਮਨ 'ਚ ਡਰ ਹੈ ਜੀ। ਉਹਨੂੰ ਸਾਰੇ ਨੂੰ ਡਰੋ ਤੁਸੀਂ। ਗਾਮਨ ਗੋਪੀਆਂ, ਗਾਮਨ ਖਾਨ, ਗਾਮਨ ਸੀਤਾ ਰਾਜੇ ਰਾਮ। ਜੀ ਜੀ ਕਿਉਂਕਿ ਮੇਰੇ ਇੱਥੇ ਗੁਆਂਢ ਉਹ ਰਾਮਲੀਲਾ ਹੁੰਦੀ ਸੀ ਜੀ ਤੇ ਮੈਂ ਸਾਰੇ ਸ਼ਹਿਰ ਦਾ ਸਾਂਝਾ ਜਿਹਾ ਬੰਦਾ, ਜੀ ਮੇਰੇ ਕੋਲ ਵੀ ਰਾਮਲੀਲਾ ਦਾ ਉਦਘਾਟਨ ਕਰਾ ਦਿੰਦੇ ਸੀ। ਜੀ ਜੀ ਕਈ ਵਾਰੀ ਉੱਥੇ ਬਹਿਣਾ ਵੀ ਪੈ ਜਾਂਦਾ ਸੀ। ਜੀ ਪਰ ਹੁੰਦਾ ਪਤਾ ਕੀ ਹੈ, ਜੀ ਹੁਣ ਕਿਸੇ ਸ਼ਹਿਰ 'ਚੋਂ ਕਿਸੇ ਬੰਦੇ ਨੇ ਸ਼੍ਰੀ ਰਾਮਚੰਦਰ ਜੀ ਦਾ ਰੋਲ ਲੈ ਲਿਆ ਜੀ ਤੇ ਉਹਨੂੰ ਦੇਖਣ ਵਾਲੇ ਜਾਣਦੇ ਨੇ, ਜੀ ਉਹ ਫਲਾਣਾ ਆ ਗਿਆ ਹੀ ਆ, ਉਹ ਫਲਾਣਾ ਚਾਹ ਵਾਲਾ ਆ ਗਿਆ, ਜੀ ਫਲਾਣੇ। ਉਹ ਕੋਈ ਸ਼੍ਰੀ ਰਾਮਚੰਦਰ ਜੀ ਦਾ ਪ੍ਰਭਾਵ ਤੇ ਦੇ ਨਹੀਂ ਰਿਹਾ। ਜੀ ਜੀ ਉਹਦਾ ਸਿਰਫ ਉਹਨੇ ਇੱਕ ਪਹਿਰਾਵਾ ਪਾਇਆ ਹੋਇਆ। ਪਹਿਰਾ ਜੀ ਜੀ ਤੋ ਮਹਾਰਾਜ ਇਹੋ ਜਿਹੀਆਂ ਚੀਜ਼ਾਂ ਨੂੰ ਭਗਤੀ ਦਾ ਅੰਗ ਨਹੀਂ ਸਮਝਦੇ। ਜੀ ਜੀ ਉਹ ਕਹਿੰਦੇ ਨਾਨਕ ਜਿਨ ਮਨ ਪਾਓ ਜੀ ਤਿਨਾ ਮਨ ਪਾਓ। ਜੀ ਜੀ ਇੱਕ ਗੁਰਬਾਣੀ ਦੇ ਵਿੱਚ ਜਿਹੜਾ ਅਜਾਮਲ ਸ਼ਬਦ ਬਹੁਤ ਵਾਰ ਆਇਆ ਜੀ, ਹਾਂਜੀ, ਤੇ ਇਹਦੀ ਕੀ ਸਾਖੀ ਹੈ, ਇਹਦੇ ਬਾਰੇ ਕੁਝ ਦੱਸੋ ਜੀ। ਅਜਾਮਲ ਦੀ ਸਾਖੀ ਇਹ ਹੈ ਜੀ ਕਿ ਇੱਕ ਬੜੇ ਵਿਦਵਾਨ ਪੰਡਤ ਦਾ ਪੁੱਤਰ ਸੀ। ਅੱਛਾ ਜੀ। ਉਹਦਾ ਪਿਤਾ ਰਾਜੇ ਦੇ ਦਰਬਾਰ ਵਿੱਚ ਹਾਂਜੀ ਰਾਜ ਪੰਡਤ ਸੀ। ਜੀ ਹਰ ਪਿਤਾ ਚਾਹੁੰਦਾ ਹੈ ਜੀ ਕਿ ਮੈਂ ਆਪਣੇ ਪੁੱਤਰ ਨੂੰ ਜੀ ਬੜਾ ਲਾਇਕ, ਜੀ ਬੜਾ ਵਿਦਵਾਨ ਬਣਾਵਾਂ। ਜੀ ਤੋ ਇਸ ਅਜਾਮਲ ਦੇ ਪਿਤਾ ਨੇ ਜੀ ਇੱਕ ਬੜੇ ਵਿਦਵਾਨ ਮਹਾਂਪੁਰਸ਼ ਕੋਲ ਜੀ ਇਹਨੂੰ ਪੜ੍ਹਨ ਬਿਠਾਇਆ ਜੀ ਤੇ ਉਹ ਸੀ ਬੜਾ ਮਹਾਤਮਾ ਰਿਸ਼ੀ। ਉਹ ਕਹਿੰਦਾ ਵੀ ਮੈਂ 12 ਸਾਲ ਇਹਨੂੰ ਪੜਾਵਾਂਗਾ, ਜੀ ਪਰ ਮੇਰੀ ਸ਼ਰਤ ਇਹ ਹੈ ਕਿ ਇਹ ਸ਼ਹਿਰ ਦੇ ਬਾਰੋਂ ਬਾਰ ਆਏਗਾ, ਬਾਰੋਂ ਬਾਰ ਜਾਏਗਾ। ਜੀ ਕਈ ਸਾਖੀਕਾਰਾਂ ਨੇ ਤੇ ਲਿਖਿਆ ਜੀ ਕਿ ਉਹਨੇ ਕਿਹਾ ਵੀ ਇਹਨੂੰ 12 ਸਾਲ ਮੇਰੇ ਕੋਲ ਰਹਿਣਾ ਪਵੇਗਾ, ਜੀ ਮੇਰੀ ਆਗਿਆ ਵਿੱਚ ਚੱਲਣਾ ਪਏਗਾ। ਜੀ ਪੁਰਾਣੇ ਰਿਸ਼ੀ ਮੁਨੀ ਉਸਤਾਦ ਇਵੇਂ ਹੀ ਪੜਾਉਂਦੇ ਸੀ। ਜੀ ਤੋ ਜਦੋਂ ਉਹਦੇ 12 ਸਾਲ ਬੀਤ ਗਏ, ਜੀ ਉਹ ਵਿਦਵਾਨ ਹੋ ਗਿਆ ਜੀ ਤੇ ਇੱਕ ਦਿਨ ਉਹ ਸ਼ਹਿਰ ਦੇ ਵਿੱਚੋਂ ਲੰਘ ਗਿਆ ਜੀ ਔਰ ਉਹਨੇ ਆਪਣੇ
ਉਸਤਾਦ ਦੀ ਆਗਿਆ ਦਾ ਉਲੰਘਣ ਕਰ ਦਿੱਤਾ। ਜੀ ਕੁਦਰਤੀ ਹੁਣ 12 ਸਾਲ ਦੀ ਉਮਰ 'ਚ ਪੜ੍ਹਨ ਗਿਆ ਸੀ, 12 ਸਾਲ ਪੜ੍ਹਿਆ, ਜੀ 24-25 ਸਾਲ ਦਾ ਜਵਾਨ ਬੰਦਾ ਸੀ। ਜੀ ਉਸ ਬਾਜ਼ਾਰ ਵਿੱਚੋਂ ਲੰਘਿਆ ਜਿਹੜਾ ਵੇਸ਼ਵਾਵਾਂ ਦਾ ਬਾਜ਼ਾਰ ਸੀ, ਜੀ ਤੇ ਵੇਸ਼ਵਾ ਸੱਜ ਧੱਜ ਕੇ ਆਪਣੇ ਗਾਹਕਾਂ ਦੀ ਉਡੀਕ 'ਚ ਬੈਠੀ ਸੀ। ਜੀ ਜੀ ਇਹਦੀ ਨਜ਼ਰ ਪਈ, ਡੋਲ ਗਿਆ। ਇਹ ਡੰਗਿਆ ਗਿਆ, ਜੀ ਇਹ ਵੇਸ਼ਵਾ ਤੇ ਜਾਣ ਲੱਗਿਆ। ਜੀ ਉਧਰ ਇਹਦੇ ਪਿਤਾ ਦੀ ਡੈਥ ਹੋ ਗਈ। ਜੀ ਰਾਜੇ ਨੇ ਆਪਣੇ ਰਾਜ ਪੰਡਤ ਦਾ ਪੁੱਤਰ ਜਾਣ ਕੇ ਤੇ ਵਿਦਵਾਨ ਜਾਣ ਕੇ ਜੀ ਇਹਨੂੰ ਉਹਦੇ ਪਿਤਾ ਦੀ ਪਦਵੀ ਦੇ ਦਿੱਤੀ। ਜੀ ਹੌਲੀ ਹੌਲੀ ਪਤਾ ਲੱਗ ਗਿਆ ਕਿ ਜਿਹੜਾ ਰਾਜ ਪੰਡਤ ਹੈ ਜੀ ਇਹ ਤਾਂ ਵੇਸ਼ਵਾ ਦੇ ਚਬਾਰੇ ਤੇ ਜਾਂਦਾ। ਜੀ ਇਸ ਗੱਲ ਦਾ ਰਾਜੇ ਨੂੰ ਬੜਾ ਖੇਦ ਹੋਇਆ। ਜੀ ਰਾਜੇ ਨੇ ਖੁਦ ਚੈੱਕ ਕੀਤਾ। ਜੀ ਜਦੋਂ ਉਹਨੇ ਦੇਖ ਲਿਆ ਜੀ ਤੇ ਉਸ ਨੇ ਉਸ ਅਜਾਮਲ ਨੂੰ ਜੀ ਉਸ ਵੇਸ਼ਵਾ ਦੇ ਸਮੇਤ ਜੀ ਦੇਸ਼ ਨਿਕਾਲਾ ਦੇ ਦਿੱਤਾ। ਜੀ ਹੁਣ ਉਹ ਜੰਗਲ ਵਿੱਚ ਜਾ ਕੇ ਰਹਿੰਦਾ ਜੀ ਤੇ ਜੰਗਲ 'ਚ ਕਥਾ ਸੁਣ ਤੇ ਕੋਈ ਜਾਂਦਾ ਨਹੀਂ। ਜੀ ਜੀ ਉੱਥੇ ਤੇ ਉਹਦਾ ਕੰਮ ਹੈ ਵੀ ਚਿੜੀਆਂ ਜਨੌਰ ਮਾਰਨੇ ਜੀ ਤੇ ਉਹਨਾਂ ਨੂੰ ਮਾਰ ਕੇ ਖਾ ਜਾਣਾ। ਜੀ ਉਸ ਵੇਸ਼ਵਾ ਦੇ ਕੁੱਖੋਂ 6 ਪੁੱਤਰ ਜੰਮੇ। ਜੀ ਜਦੋਂ 7ਵਾਂ ਬੱਚਾ ਜੰਮਿਆ ਜੀ ਤੇ ਉਹਨੂੰ ਲੈ ਕੇ ਸੰਤਾਂ ਕੋਲ ਚਲਾ ਗਿਆ, ਜਾਂ ਸੰਤ ਕੁਦਰਤੀ ਉੱਥੇ ਆ ਗਏ ਜੀ ਉਹਦਾ ਉਧਾਰ ਕਰਨ ਵਾਸਤੇ। ਜੀ ਜੀ ਉਹਦੀ ਪਤਨੀ ਨੇ, ਜੀ ਵੇਸ਼ਵਾ ਨੇ, ਹੁਣ ਉਹ ਜੀ। ਵੇਸ਼ਵਾ ਤੇ ਉਹਦੀ ਪਤਨੀ ਹੈ, ਜੀ ਉਹਨੇ ਉਹਨਾਂ ਸੰਤਾਂ ਦੀ ਸੇਵਾ ਕੀਤੀ, ਜਲ ਪਾਣੀ ਛਕਾਇਆ, ਜੋ ਵੀ ਉਹਦੇ ਕੋਲ ਸੀ। ਜੀ ਜੀ ਤੇ ਇੰਨੀ ਦੇਰ ਨੂੰ ਅਜਾਮਲ ਆ ਗਿਆ। ਜੀ ਉਹ ਚਰਨਾਂ ਤੇ ਟਹਿ ਪਿਆ, ਜੀ ਮਹਾਰਾਜ ਤੁਸੀਂ ਆਏ ਹੋ, ਜੀ ਮੇਰੇ ਇਸ ਬੱਚੇ ਦਾ ਨਾਮ ਰੱਖ ਦਿਓ। ਜੀ ਉਹ ਪਰਉਪਕਾਰੀ ਸਨ। ਜੀ ਉਹਨਾਂ ਨੇ ਸੋਚਿਆ ਵੀ ਇਹਨੇ ਸਾਰਾ ਜੀਵਨ ਗਲਤ ਕੰਮ ਕੀਤੇ ਨੇ, ਜੀ ਇਹਦਾ ਭਲਾ ਹੋਣਾ ਚਾਹੀਦਾ। ਜੀ ਉਹਨਾਂ ਨੇ ਉਸ ਦੇ ਬੱਚੇ ਦਾ ਨਾਮ ਨਾਰਾਇਣ ਰੱਖ ਦਿੱਤਾ। ਜੀ ਕਹਿੰਦੇ ਨੇ ਗ੍ਰਸਤੀ ਨੂੰ ਸਾਰੇ ਬੱਚੇ ਪਿਆਰੇ ਹੁੰਦੇ ਨੇ, ਜੀ ਪਰ ਜਿਹੜਾ ਸਭ ਤੋਂ ਛੋਟਾ ਹੁੰਦਾ ਹੈ, ਜੀ ਉਹਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ, ਜੀ ਕਿਉਂਕਿ ਹਾਲੀ ਉਹ ਬੱਚਾ ਹੁੰਦਾ ਹੈ। ਜੀ ਵੱਡੇ ਉਡਾਰੂ ਹੋ ਜਾਂਦੇ ਨੇ, ਵਿਆਹੇ ਜਾਂਦੇ ਨੇ, ਆਪਣੇ ਆਪਣੇ ਕੰਮਾਂ ਹੀ ਲੱਗ ਜਾਂਦੇ। ਜੀ ਜੀ ਤੋ ਜਦੋਂ ਅਜਾਮਲ ਦਾ ਅੰਤ ਸਮਾਂ ਆਇਆ ਜੀ ਤੇ ਉਹ ਆਪਣੇ ਛੋਟੇ ਪੁੱਤਰ ਜਿਹਦਾ ਨਾਮ ਨਾਰਾਇਣ ਸੀ, ਜੀ ਨਾਰਾਇਣ ਨਾਰਾਇਣ ਕਹਿ ਰਿਹਾ ਸੀ। ਜੀ ਬਾਣੀ 'ਚ ਲਿਖਿਆ ਪੁੱਤਰ ਹੇਤ ਨਾਰਾਇਣ ਕਹਿਓ, ਜੀ ਜਮ ਕੰਕਰ ਮਾਰ ਬਿਦਾਰੇ। ਜੀ ਗੱਲ ਤਾਂ ਨਾਮ ਦੀ ਮਹਿਮਾ ਦੱਸੀ ਹੈ ਜੀ ਕਿ ਜਦੋਂ ਨਾਰਾਇਣ ਦਾ ਨਾਮ ਸੁਣਿਆ ਜੀ ਤੇ ਉਹ ਜਮਦੂਤ ਜਿਹੜੇ ਸੀ ਉਹ ਭੱਜ ਗਏ। ਜੀ ਜੀ ਉਹਨਾਂ ਕਹੇ ਤੇ ਨਾਰਾਇਣ ਨਾਰਾਇਣ ਜਪ ਰਿਹਾ। ਜੀ ਤੋ ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ। ਜੀ ਹੋਰ ਬੜੀਆਂ ਪੰਕਤੀਆਂ ਨੇ। ਤੋ ਇਸ ਤਰ੍ਹਾਂ ਅਜਾਮਲ ਦਾ ਇਹ ਪਿਛੋਕੜ ਹੈ। ਜੀ ਗੱਲ ਪਰਮਾਤਮਾ ਦੇ ਨਾਮ ਦੀ ਮਹਿਮਾ ਦੀ ਦੱਸੀ ਹੈ ਜੀ ਵੀ ਜਦੋਂ ਵੀ ਜਿਸ ਹਾਲਤ ਵਿੱਚ ਵੀ ਕੋਈ ਉਹਦਾ ਨਾਮ ਲਵੇਗਾ ਜੀ ਉਹਦਾ ਭਲਾ ਹੋਵੇ। ਇਹ ਹੈ ਅਜਾਮਲ ਦੀ ਸਾਖੀ। ਜਿਹੜੀ ਗਨਕਾ ਸੀ ਤੇ ਇਹ ਅਜਮਲ ਦੀ ਵਾਈਫ ਜਿਹੜੀ ਘਰ ਵਾਲੀ ਸੀ ਉਹਦਾ ਨਾਂ ਹੀ ਨਹੀਂ ਗਨਕਾ ਨਹੀਂ ਸੀ? ਨਹੀਂ, ਜੀ ਅਜਾਮਲ ਹੋਰ ਹੈ, ਗਨਕਾ ਹੋਰ ਹੈ। ਜੀ ਜੀ ਮੇਰਾ ਅਗਲਾ ਸਵਾਲ ਇਹੀ ਸੀ ਵੀ ਉਹ ਗਨਕਾ ਬਾਰੇ ਇਹ ਸਵਾਲ ਸੀ ਵੀ ਮੈਂ ਕਿਹਾ ਸ਼ਾਇਦ ਤੁਸੀਂ ਕਹਿ ਰਹੇ ਹੋ ਵੀ ਉਹ ਵੀ- ਨਹੀਂ, ਹਾਂਜੀ ਗਨਕਾ ਦੇ ਨਾਲ ਵੀ ਇਹੀ ਜੁੜਦਾ ਵੀ ਉਹ ਵੀ ਜੁੜਦਾ, ਇਹ ਤਾਂ ਕਿਸੇ ਸਾਡੇ ਨਾਲ ਵੀ ਜੁੜ ਸਕਦਾ। ਜੀ 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 ਇਹ ਜਿਹੜੀਆਂ ਸਾਖੀਆਂ ਹੁੰਦੀਆਂ ਨੇ ਜੀ ਇਹਨਾਂ ਦਾ ਮਤਲਬ ਹੈ ਸਿੱਖਿਆ ਲੈਣੀ। ਜੀ ਸਿੱਖਿਆ ਲੈਣੀ, ਜੀ ਸਿੱਖਿਆ ਲੈਣ ਵਾਸਤੇ ਉਹਦੇ ਤੋਂ ਅਸੀਂ ਤਾਂ ਉਹ ਨਿਚੋੜ ਲੈਣਾ। ਤੋ ਗਨਕਾ ਦੀ ਸਾਖੀ ਵੱਖਰੀ ਹੈ। ਜੀ ਭਾਈ ਗੁਰਦਾਸ ਜੀ ਨੇ ਭਗਤ ਮਾਲ ਵਿੱਚ ਇਹਨਾਂ ਸਾਰਿਆਂ ਦੀਆਂ ਪੌੜੀਆਂ ਲਿਖੀਆਂ ਨੇ। ਜੀ ਜੀ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ, ਜੀ ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ, ਜੀ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸੁਤੋਤਾ। ਜੀ ਉਹਦੀ ਸਾਖੀ ਵੱਖਰੀ ਹੈ ਕਿ ਕੋਈ ਮਹਾਤਮ ਗਨਕਾ ਸ਼ਬਦ ਜਿਹੜਾ ਨਾ ਉਹਦੇ ਵੀ ਅਰਥ ਵਿਦਵਾਨਾਂ ਨੇ ਦੋ ਕੀਤੇ ਨੇ। ਜੀ ਕਈ ਤਾਂ ਕਹਿੰਦੇ ਨੇ ਕਿ ਉਸ ਦਾ ਨਾਮ ਗਨਕਾ ਸੀ, ਜੀ ਪਰ ਮਹਾਨ ਕੋਸ਼ ਵਿੱਚ ਲਿਖਿਆ ਗਨ ਕਾ। ਗਨ ਜੀ। ਕਹੀਏ ਬਹੁਤੇ, ਕਾ ਕਹੀਏ ਕਾਮਣ।
ਜੀ ਜੋ ਬਹੁਤਿਆਂ ਦੀ ਇਸਤਰੀ ਹੋਵੇ ਜੀ ਸੋ ਕਹੀਏ ਗਨਕਾ, ਭਾਵ ਵੇਸਵਾ। ਜੀ ਤੋ ਕਹਿੰਦੇ ਨੇ ਵੀ ਮਹਾਂਪੁਰਸ਼ ਕੋਈ ਲੰਘ ਰਹੇ ਸਨ ਤੇ ਬਰਖਾ ਹੋਣ ਲੱਗੀ, ਜੀ ਤੇ ਉਹ ਬਰਖਾ ਤੋਂ ਬਚਣ ਵਾਸਤੇ ਗਨਕਾ ਦੇ ਘਰ ਦਾ ਜਿਹੜਾ ਦਰਵਾਜ਼ਾ ਸੀ ਉਹ ਸੜਕ ਤੇ ਖੁੱਲਦਾ ਸੀ। ਜੀ ਉਹ ਮਹਾਤਮਾ ਉਹਦੀ ਡਿਊਟੀ 'ਚ ਖੜੇ ਹੋ ਗਏ ਜੀ ਭਈ ਚਲੋ ਮੀਂਹ ਤੋਂ ਬਚ ਜਾਏਗਾ, ਜੀ ਜਦੋਂ ਹਟੇਗਾ ਤੁਰ ਜਾਾਂਗੇ। ਜੀ ਗਨਕਾ ਨੇ ਵੇਖ ਲਿਆ ਵੀ ਕੋਈ ਬੰਦਾ ਜੀ 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 ਮੇਰੇ ਘਰ ਦੀ ਦਲੀਜ ਟੱਪਿਆ। ਜੀ ਹੁਣ ਉਹਦੇ ਕੋਲ ਤੇ ਰੋਜ਼ ਗਾਹਕ ਆਉਂਦੇ ਸੀ, ਜੀ ਜੀ ਉਹਦਾ ਆਪਣਾ ਗਾਹਕ ਹੀ ਦੇਖ ਰਹੀ ਸੀ, ਜੀ ਪਰ ਉਹ ਸੀਗੇ ਮਹਾਤਮਾ। ਜੀ ਜਦੋਂ ਮੀਂਹ ਹਟਿਆ ਉਹ ਜਾਣ ਲੱਗੇ, ਜੀ ਉਹ ਦੌੜੀ ਆਈ। ਜੀ ਉਹਦਾ ਕੋਈ ਪੂਰਬਲੇ ਜਨਮ ਦਾ ਕਰਮ ਜਾਗ ਪਿਆ, ਜੀ ਉਹਨੇ ਆ ਕੇ ਮੱਥਾ ਟੇਕਿਆ। ਜੀ ਆਖਣਗੀ ਮਹਾਰਾਜ ਮੇਰੇ ਘਰ ਦਾ ਦਰਵਾਜ਼ਾ ਜੀ ਕਦੇ ਕਿਸੇ ਨੇ ਚੰਗੀ ਭਾਵਨਾ ਵਾਲੇ ਨੇ ਨਹੀਂ ਟੱਪਿਆ, ਜੀ ਜੀ ਅੱਜ ਪਤਾ ਨਹੀਂ ਪਰਮਾਤਮਾ ਤੁਹਾਨੂੰ ਕਿਵੇਂ ਲਿਆਇਆ, ਜੀ ਮੇਰੇ ਤੇ ਕਿਰਪਾ ਕਰੋ। ਜੀ ਮੈਂ ਇਸ ਨਰਕੀ ਜੀਵਨ ਤੋਂ ਬੜੀ ਤੰਗ ਹਾਂ। ਜੀ तो भाई गुरदास जी लिखते ने गनका पापन होए कह जी पापां दा गल हार परोता, महापुरख अचानचक गनका वाड़े आए खलोता, जी दुरमत देख दयाल होए जी हथों उस नूं दितो सुतोता। जी ਉਹ ਕਹਿਣ ਲੱਗੀ ਮੇਰਾ ਭਲਾ ਕਿਵੇਂ ਹੋਵੇਗਾ। ਜੀ ਉਹਨਾਂ ਦੇ ਕੋਲ ਸੀ ਇੱਕ ਤੋਤਾ ਜੀ ਜਿਹਨੂੰ ਉਹਨਾਂ ਨੇ ਬੜੀ ਮਿਹਨਤ ਨਾਲ ਜੀ ਰਾਮ ਰਾਮ ਕਹਿਣਾ ਸਿਖਾਇਆ ਸੀ। ਜੀ ਉਹਨਾਂ ਕਿਹਾ ਬੀਬੀ ਇਹ ਤੋਤਾ ਹੀ ਲੈ ਲੈ ਤੂੰ, ਜੀ ਤੇ ਇਹਦੇ ਨਾਲ ਤੂੰ ਰਾਮ 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 ਜਪਿਆ ਕਰ। ਜੀ ਹੁਣ ਉਹਨੂੰ ਲੱਗਣ ਲੱਗੀ ਜੀ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਤੇ ਵਣਜ ਸਹੋਤਾ, ਜੀ ਲਿਵ ਲੱਗੀ ਤਿਸ ਤੋਤੇ ਜੀ ਨਿਤ ਪੜਾਏ ਕਰੇ ਅਸੋਤਾ। ਜੀ ਹੁਣ ਉਹ ਜਿਉਂ ਸਵੇਰ ਤੋਂ ਉੱਠੇ ਜੀ ਬੋਲ ਗੰਗਾ ਰਾਮਾ ਰਾਮ ਰਾਮ, ਉਹ ਕਹੇ ਰਾਮ ਰਾਮ, ਜੀ ਉਹਨੂੰ ਰਾਮ ਰਾਮ ਦੀ ਲਿਵ ਲੱਗੀ। ਜੀ ਇੱਕ ਦਿਨ ਉਹ ਸਵੇਰੇ ਉੱਠੀ ਜੀ ਤੇ ਉਹ ਆਪਣੇ ਨਿਯਮ ਮੁਤਾਬਕ ਉਹਨੇ ਕਿਹਾ ਬੋਲ ਗੰਗਾ ਰਾਮਾ ਰਾਮ ਰਾਮ। ਜੀ। ਉਹ ਬੋਲਿਆ ਨਹੀਂ। ਜੀ ਕਿਉਂ ਨਹੀਂ ਬੋਲਿਆ? ਕਿਉਂਕਿ ਉਹਦੇ ਪਿੰਜਰੇ ਵਿੱਚ ਸੱਪ ਵੜ ਗਿਆ ਸੀ। ਜੀ ਉਹਨੇ ਉਹਨੂੰ ਡੰਗ ਮਾਰਿਆ, ਖਾ ਲਿਆ। ਜੀ ਜਦੋਂ ਉਹਨੇ ਵੇਖਿਆ ਵੀ ਅੱਜ ਗੰਗਾ ਰਾਮ ਨਹੀਂ ਬੋਲਦਾ, ਜੀ ਉਹਨੇ ਖਿੜਕੀ ਖੋਲੀ, ਜੀ ਉਹ ਕਹਿ ਰਹੀ ਸੀ ਰਾਮ ਰਾਮ। ਜੀ ਸੱਪ ਨੇ ਉਹਨੂੰ ਵੀ ਡੰਗ ਮਾਰਿਆ। ਜੀ ਗਈ ਬੈਕੁੰਠ ਬੇਬਾਨ ਚੜ, ਜੀ ਨਰਕੇ ਵਿੱਚ ਨਾ ਖਾਧੋ ਸਕੋਤਾ। ਜੀ ਇਹ ਗਨਕਾ ਦੀ ਸਾਖੀ ਵੱਖਰੀ ਹੈ, ਜੀ ਅਜਾਮਲ ਦੀ ਵੱਖਰੀ। ਅਜਮਲ ਦੀ ਬੱਕਰੀ। ਜੀ 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 ਇੱਕ ਬਾਪੂ ਜੀ ਸਵਾਲ ਹੁਣੇ ਕੀਤਾ ਸੀ ਆਪਾਂ, ਜਿਹੜਾ ਜੋ ਕੱਲ ਕੋ ਇੱਕ ਵਾਰ ਤੇ ਆਏ ਹੈ, ਆਪਣੇ ਗੁਰਨਾਮ ਸਿੰਘ ਜੀ ਅਕੀਦਾ, ਉਹਨਾਂ ਨੇ ਮੈਸੇਜ ਕੀਤਾ ਵੀ ਤੁਸੀਂ ਇਹਨਾਂ ਦੇ ਅਰਥ ਵੀ ਜ਼ਰੂਰ ਦੱਸੋ ਬਾਪੂ ਜੀ ਵੀ। ਉਹ ਤੇ ਅਰਥ ਸਪਸ਼ਟ ਨੇ। ਜੀ ਜਿਹੜਾ ਬੰਦਾ ਜੀ ਕਲਯੁਗ ਦੇ ਅੰਦਰ ਜੀ ਇੱਕ ਵਾਰ ਧਿਆ ਹੈ, ਜੀ ਇੱਕ ਵਾਰੀ ਪਰਮਾਤਮਾ ਦਾ ਨਾਮ ਪ੍ਰੇਮਾ ਭਗਤੀ ਨਾਲ ਲਵੇਗਾ, ਜੀ ਤਾਂ ਕਿ ਕਾਲ ਨਿਕਟ ਨਾ ਹੈ, ਜੀ ਉਹਦੀ ਕਦੇ ਆਤਮਿਕ ਮੌਤ ਨਹੀਂ ਹੋਏਗੀ। ਜੀ ਭਾਵ ਪਰਮਾਤਮਾ ਦੇ ਸਿਮਰਨ ਵਿੱਚ ਇੰਨੀ ਤਾਕਤ ਹੈ ਜੀ ਕਿ ਉਹ ਸਾਰੇ ਵਿਕਾਰਾਂ ਤੋਂ, ਭੈੜੇ ਵਿਚਾਰਾਂ ਤੋਂ ਬਚ ਜਾਏਗਾ। ਜੀ ਇਹ ਦੇ ਅਰਥ ਨੇ। ਜੀ 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 ਇੱਕ ਸਵਾਲ ਇਹ ਸੀ, ਇੱਕ ਸਾਖੀ ਆਂਦੀ ਹੈ ਵੀ ਗੁਰੂ ਸਾਹਿਬ ਨੇ 20 ਰੁਪਏ ਦਾ ਲੰਗਰ ਛਕਾਇਆ, ਠੀਕ ਹੈ। ਤੇ ਗੁਰਨਾਮ ਸਿੰਘ ਜੀ ਅਕੀਦਾ ਜੀ ਨੇ ਇਹਨਾਂ ਨੇ ਸਵਾਲ ਕੀਤਾ ਵੀ ਜਿਨ੍ਹਾਂ ਸਾਧੂਆਂ ਨੂੰ ਗੁਰੂ ਨਾਨਕ ਸਾਹਿਬ ਨੇ 20 ਰੁਪਏ ਦਾ ਲੰਗਰ ਛਕਾਇਆ ਸੀ, ਉਹ ਸਾਧੂ ਕੌਣ ਸਨ? ਨਹੀਂ, ਮੈਂ ਕੋਲ ਤੇ ਨਹੀਂ ਸੀਗਾ ਜੀ ਜੀ ਤੇ ਨਾ ਮੈਨੂੰ ਉਹਨਾਂ ਦਾ ਐਡਰੈਸ ਪਤਾ ਹੈਗਾ, ਜੀ ਪਰ ਅਸੀਂ ਤਾਂ ਸਾਖੀਆਂ ਤੋਂ ਹੀ ਸਿੱਖਿਆ ਲੈਂਦੇ ਆ ਜੀ ਵੀ ਉਹ ਸਾਧੂ ਸਨ ਤੇ ਜੰਗਲ 'ਚ ਰਹਿੰਦੇ ਸਨ, ਜੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਪੂਰਨੇ ਪਾਉਣੇ ਸਨ। ਜੀ ਉਹਨਾਂ ਨੇ ਨਾ ਉਹਨਾਂ ਦਾ ਕੋਈ ਐਡਰੈਸ ਪੁੱਛਿਆ, ਜੀ ਜੀ ਨਾ ਸਾਧੂਆਂ ਦਾ ਕੋਈ ਐਡਰੈਸ ਹੁੰਦਾ ਹੈ। ਜੀ ਉਹਨਾਂ ਤੇ ਲੋੜਵੰਦ ਜਾਣ ਕੇ ਸਾਡੇ ਲਈ ਪੂਰਨੇ ਪਾਉਣੇ ਸਨ ਜੀ ਜੀ ਕਿ ਇੱਕ ਸੱਚਾ ਸੌਦਾ, ਪਿਤਾ ਜੀ ਨੇ ਕਿਹਾ ਸੀ ਖਰਾ ਸੌਦਾ ਕਰਿਓ। ਖਰਾ ਸੌਦਾ ਕਰਕੇ ਤੇ ਜੀ। ਖਰੇ ਦਾ ਜੋ ਅਰਥ ਅਸੀਂ ਦੁਨੀਆਦਾਰ ਲੋਕ ਲੈਂਦੇ ਹਾਂ, ਹਾਂਜੀ ਉਹ ਖਰਾ ਅਸੀਂ ਉਹਨੂੰ ਸਮਝਦੇ ਹਾਂ ਵੀ ਜਿਹਦੇ 20 ਦੇ 40 ਬਣ। ਜੀ 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 ਤੇ ਗੁਰੂ ਨਾਨਕ ਸਾਹਿਬ ਖਰਾ ਉਹਨੂੰ ਸਮਝਦੇ ਨੇ
ਜੀ ਵੀ ਜਿਹੜਾ ਲੋੜਵੰਦਾਂ ਨੂੰ ਦਿੱਤਾ ਜਾਏ। ਜੀ ਇਸੇ ਦੀ ਬਾਣੀ 'ਚ ਲਿਖਿਆ ਹੈ, ਜੀ ਖੇਤ ਪਛਾਣੈ ਬੀਜੈ ਧਾਨ, ਜੀ ਸੋ ਖੱਤਰੀ ਦਰਗਾਹ ਪਰਵਾਨ। ਜੀ ਤੋਂ ਪੁੱਛਣ ਵਾਲਿਆਂ ਤੋਂ ਅਸੀਂ ਬਲਿਹਾਰ ਜਾਈਏ, ਜੀ ਉਹਨਾਂ ਦਾ ਸ਼ੁਕਰਾਨਾ ਵੀ ਹੈ ਜੀ ਵੀ ਜੀ ਕਮ ਸੇ ਕਮ ਉਹਨਾਂ ਦੇ ਅੰਦਰ ਪੁੱਛਣ ਦੀ ਜਿਗਿਆਸਾ ਤੇ ਜਾਗੀ ਹੈ। ਬਿਲਕੁਲ ਜੀ ਬਿਲਕੁਲ ਜੀ। ਪਰ ਸਾਨੂੰ ਉਹਨਾਂ ਦਾ ਕੋਈ ਐਡਰੈਸ ਪਤਾ ਨਾ, ਸਾਧੂਆਂ ਦਾ ਐਡਰੈਸ ਕੋਈ ਹੁੰਦਾ ਹੈ। ਜੀ ਸਾਧੂ ਤਾਂ ਰਮਤੇ ਰਾਮ ਹੁੰਦੇ ਨੇ। ਜੀ ਜੀ ਤੋਂ ਮਹਾਰਾਜ ਚੂੜਕਾਣਾ ਮੰਡੀ ਜਾ ਰਹੇ ਸਨ ਜੀ ਤੇ ਰਾਹ ਵਿੱਚ ਜੰਗਲ ਪੈਂਦਾ ਸੀ ਜੀ ਤੇ ਜੰਗਲ ਵਿੱਚ ਸਾਧੂਆਂ ਦੀ ਮੰਡਲੀ ਸੀ। ਜੀ ਮਹਾਰਾਜ ਉੱਥੇ ਚਲੇ ਗਏ ਜਾਂ ਮਿਲ ਗਏ, ਜਾਂ ਉਹਨਾਂ ਨੇ ਆਪਣੀ ਗੱਲ ਦੱਸੀ ਵੀ ਅਸੀਂ ਇੰਨੇ ਦਿਨਾਂ ਦੇ ਭੁੱਖੇ ਹਾਂ। ਜੀ ਤੇ ਮਹਾਰਾਜ ਨੂੰ ਉਹ ਸੌਦਾ ਬਹੁਤ ਖਰਾ ਲੱਗਿਆ। ਜੀ ਉਹ ਗਏ ਮੰਡੀ 'ਚੋਂ ਰਾਸ਼ਨ ਪਾਣੀ ਲਿਆ ਕੇ, ਜੀ ਤੇ ਉਹ ਕਹਿੰਦੇ ਠੀਕ ਹੈ ਬਾਲਕ, ਤੁਹਾਡੀ ਸੇਵਾ ਪ੍ਰਵਾਨ, ਉਹਨਾਂ ਦੀ ਬਣਾ ਦਾਂਗੇ, ਛਕ ਲਾਂਗੇ। ਜੀ 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 ਸੋ ਇਹ ਜੋ ਪ੍ਰੋਗਰਾਮ ਹੈ ਨਰੋਲ ਗੁਰਬਾਣੀ ਉੱਤੇ ਆਧਾਰਿਤ ਪ੍ਰੋਗਰਾਮ ਹੈ। ਤੇ ਜਿਹੜੇ ਸਵਾਲ ਹੈ, ਠੀਕ ਹੈ, ਸਾਖੀਆਂ ਨਾਲ ਰਿਲੇਟਡ ਸਵਾਲ ਵੀ ਤੁਸੀਂ ਕਰ ਸਕਦੇ ਹੋ, ਪਰ ਜ਼ਿਆਦਾਤਰ ਸਵਾਲ ਜਿਹੜੇ ਹੈ ਗੁਰਬਾਣੀ ਨਾਲ ਸੰਬੰਧਿਤ ਸਵਾਲ ਹੋਣ ਤਾਂ ਕਿਉਂਕਿ ਹਰ ਇੱਕ ਬੰਦੇ ਦਾ ਆਪਣਾ ਦਾਇਰਾ ਹੁੰਦਾ ਹੈ ਤੇ ਉਸੇ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਗੱਲ ਕਰ ਸਕਦੇ ਹਾਂ। ਤੇ ਇਹ ਸਾਖੀਆਂ ਜਿਹੜੀਆਂ ਹੈਗੀਆਂ, ਸਾਖੀਆਂ ਇੱਕ ਸਾਨੂੰ ਸੇਧ ਦਿੰਦੀਆਂ ਹੈ, ਗੁਰਬਾਣੀ ਨਾਲ ਜੋੜਦੀਆਂ, ਜਾਂ ਇਤਿਹਾਸ ਇੱਕ ਸਾਨੂੰ ਸੇਧ ਦਿੰਦੀਆਂ ਇਹ। ਸੋ ਇਹ ਸਾਖੀਆਂ ਦਾ ਹਾਂਜੀ, ਤੇ ਇਹਨਾਂ ਦਾ ਕੀ ਜਿਹੜਾ ਪਿਛੋਕੜ ਹੈ ਉਹਦੇ ਪਿੱਛੇ ਅਸੀਂ ਨਹੀਂ ਉਹਦੇ ਪਿੱਛੇ ਨਹੀਂ ਜਾਣਾ ਕਿ ਉਹਨਾਂ ਨੂੰ ਸੇਧ ਆ, ਉਹ ਸੇਧ ਲੈਣੀ ਚਾਹੀਦੀ ਹੈ। ਹਾਂਜੀ ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹਾਂਜੀ 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 ਬਾਬਾ ਜੀ, ਉਹ ਮੇਰਾ ਸਵਾਲ ਸੀ ਜੀ, ਬਈ ਅਸੀਂ ਘਰ ਦੇ ਵਿੱਚ ਸਹਿਜ ਪਾਠ ਟੇਪ ਰਿਕਾਰਡ ਜਿਵੇਂ ਹੁੰਦਾ ਜਾਂ ਕੋਈ ਰੇਡੀਓ ਹੁੰਦਾ ਲਾ ਕੇ ਰੱਖ ਸਕਦੇ ਹਾਂ ਜੀ? ਜੀ 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 ਮੈਂ ਹੁਣੇ ਪੁੱਛ ਲੈਂਦਾ ਬਾਪੂ ਜੀ ਨੇ ਜੀ। ਇਹ ਬੀਬੀ ਜੀ ਦਾ ਇੱਕ ਸਵਾਲ ਹੈ ਜੀ, ਕਹਿੰਦੇ ਵੀ ਅਸੀਂ ਘਰ ਦੇ ਵਿੱਚ ਸਹਿਜ ਪਾਠ ਜਿਹੜਾ ਹੈ ਉਹ ਕਿਸੇ ਰੇਡੀਓ ਜਾਂ ਟੇਪ ਰਿਕਾਰਡ ਤੇ ਲਾ ਕੇ ਰੱਖ ਸਕਦੇ ਹਾਂ ਜਾਂ ਉਹ ਸੁਣ ਸਕਦੇ ਹਾਂ ਵੀ? ਗੱਲ ਅਸਲ 'ਚ ਇਹ ਹੈ ਕਿ ਜਦੋਂ ਇਹਨਾਂ ਚੀਜ਼ਾਂ ਦੀ ਕਾਢ ਹੀ ਨਹੀਂ ਸੀ, ਜੀ ਉਦੋਂ ਕੋਈ ਵੀ ਨਹੀਂ ਸੀ ਕਰਦਾ ਸੁਣਦਾ। ਜੀ ਹੁਣ ਜਦੋਂ ਇਹ ਚੀਜ਼ਾਂ ਅਵੇਲੇਬਲ ਨੇ ਜੀ ਤਾਂ ਕੀ ਹਰਜ ਵੀ ਕੀ ਹੈ? ਜੀ ਭੈੜੀਆਂ ਗੱਲਾਂ ਨਾ ਸੁਣੋ, ਜੀ ਬਾਣੀ ਦਾ ਪਾਠ ਸੁਣੋ, ਭਾਵੇਂ ਕਿੰਨੀ ਵਾਰੀ ਸੁਣੋ। ਜੀ ਜੀ ਦੇਖੋ ਨਾ, ਕਈ ਲੋਕ ਹੁਣ ਪੈਨ ਡਰਾਈਵ ਲਾ ਕੇ ਕਾਰ 'ਚ ਜੀ ਆਪਣਾ ਡਰਾਈਵ ਵੀ ਕਰੀ ਜਾਂਦੇ ਨੇ, ਪਾਠ ਵੀ ਸੁਣੀ ਜਾਂਦੇ ਨੇ। ਜੀ ਜੀ ਤੋ ਇਹਦੇ 'ਚ ਕੋਈ ਦੋਸ਼ ਨਹੀਂ। ਜੀ ਮਾੜਾ ਕੰਮ ਕਰਨਾ ਮਾੜਾ ਹੈ, ਚੰਗਾ ਤੇ ਜਿੱਥੇ ਵੀ ਕਰ ਲਓ ਚੰਗਾ ਹੀ ਹੈ। ਜੀ ਜੀ ਸੁਣਿਆ ਬੜੀ ਹਾਂ ਕਿੱਡੀ ਵੱਡੀ ਪੌੜੀ ਗੁਰੂ ਸਾਹਿਬ ਨੇ ਲਿਖੀ ਹੈ। ਆ ਭਾਵੇਂ ਉਹ ਪ੍ਰਕਰਨ ਜਿਹੜਾ ਉਹ ਇੱਕ ਵੱਖਰਾ ਹੈ, ਵੱਖਰਾ ਜੀ 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 ਪਰ ਨਾਲੇ ਵੀ ਲਿਖਿਆ ਕਹਤੇ ਪਵੇ ਸੁਣਤੇ ਪੁਨੀਤ। ਜੀ 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 ਸੁਣ ਰਹੇ ਨੇ ਨਾ, ਬਾਣੀ ਸੁਣ ਰਹੇ ਨੇ। ਜੀ ਹਾਂ, ਇਹ ਜਿਹੜੇ ਲੋਕਾਂ ਨੇ ਫੈਸ਼ਨ ਬਣਾ ਲਿਆ ਹੈ ਜੀ ਵੀ ਲਾ ਲੈਣਾ ਬਾਣੀ ਦਾ ਪਾਠ ਜੀ ਤੇ ਕਰੀ ਜਾਣੀਆਂ ਗੱਲਾਂ। ਜੀ ਕਈ ਲੋਕਾਂ ਨੇ ਫੈਸ਼ਨ ਬਣਾ ਲਿਆ ਜੀ ਜੀ ਵੀ ਉਧਰ ਟੀਵੀ ਤੇ ਕੀਰਤਨ ਆ ਰਿਹਾ, ਜੀ। ਉਧਰ ਗੱਪਾਂ ਮਾਰ ਰਹੇ, ਉਹ ਬੇਦਬੀ ਹੈ, ਜੀ ਜੀ ਉਹ ਨਹੀਂ ਕਰਨੀ ਚਾਹੀਦੀ। ਜੀ ਬਿਲਕੁਲ ਜੀ। ਸੋ ਇੱਕ ਸਵਾਲ ਹੈ, ਅਸੰਖ ਨਾਮ ਅਸੰਖ ਥਾਮ, ਅਗਮ ਅਗਮ ਅਸੰਖ ਅਲੋ। ਅਲੋ ਨਹੀਂ ਹੈ, ਤੁਸੀਂ ਸੰਖ ਗਲਤ ਲੋ। ਪੜੋਗੇ, ਮੈਂ ਫਿਰ ਠੀਕ ਹੈ। ਲੋ ਜੀ ਜੀ ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲ ਆਖਰੀ ਗਿਆਨ ਗੀਤ ਗੁਣ ਗਾ। ਇਹ ਜਿਹੜੀ ਪੂਰੀ ਪੌੜੀ ਹੈ ਜੀ, ਇਹਦੇ ਅਰਥ ਕਹਿੰਦੇ ਕਰਕੇ ਅਰਥ ਦੱਸਣਾ ਜੀ। ਦੇਖੋ, ਇਹ 3 ਪੌੜੀਆਂ ਹਨ ਜੀ ਤੇ 3 ਪੌੜੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਅਸੰਖ ਸ਼ਬਦ ਵਰਤਿਆ। ਜੀ ਅਸਲ ਵਿੱਚ ਅਸੰਖ ਗਿਣਤੀ ਦਾ ਸ਼ਬਦ ਹੈ। ਜੀ ਮਹਾਰਾਜ ਇਹਨੂੰ ਬੇਅੰਤਤਾ ਤੇ ਲੈਂਦੇ ਨੇ ਜੀ ਬਈ ਪਰਮਾਤਮਾ ਦੀ ਜਿਹੜੀ ਰਚਨਾ ਹੈ ਜੀ ਉਹਦੇ ਵਿੱਚ ਅਸੰਖ ਜਪ, ਜੀ ਅਸੰਖ ਭਾਉ, ਜੀ ਅਸੰਖਾਂ ਹੀ ਜਪ ਹਨ। ਕੋਈ ਰਾਮ ਰਾਮ ਕਹਿ ਰਿਹਾ, ਕੋਈ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ, ਕੋਈ ਅੱਲਾ ਅੱਲਾ ਕਹਿ ਰਿਹਾ। ਜੀ ਭਾਉ ਪ੍ਰੇਮ ਕਰਨ ਦੇ ਤਰੀਕੇ। ਜੀ ਜਦੋਂ ਅਸੀਂ ਇਸ ਤਰ੍ਹਾਂ ਕਰਮ ਬਾਹਰ ਪੜ੍ਹੀ ਜਾਵਾਂਗੇ ਜੀ ਤਾਂ ਉਹਦੀ ਰਚਨਾ ਵਿੱਚ ਅਸੰਖਾ ਮੂਰਖ ਵੀ ਹੈਗੇ ਨੇ, ਜੀ ਅੰਧਕੋਰ ਵੱਡੇ ਮੂਰਖ ਵੀ ਹੈਗੇ ਨੇ, ਚੋਰ ਵੀ ਹੈਗੇ ਨੇ, ਰਾਮਖੋਰ ਵੀ ਹੈਗੇ ਨੇ। ਜੀ
ਫਿਰ ਤੀਜੀ ਪੌੜੀ ਜਿਹੜੀ ਆ ਉਹਦੇ 'ਚ ਅਸੰਖ ਨਾਮ, ਅਸੰਖ ਧਾਮ, ਜੀ ਅਸੰਖਾਂ ਹੀ ਉਹਦੇ ਨਾਮ ਹਨ, ਜੀ ਅਸੰਖਾਂ ਹੀ ਉਹਦੀ ਪੂਜਾ ਦੇ ਥਾਂ ਹਨ। ਜੀ ਅਸੰਖ ਨਾਮ, ਅਸੰਖ ਧਾਮ, ਅਗਮ ਅਗੰਮ ਅਗੰਮ। ਹਾਂਜੀ ਇਹ ਜਿਹੜਾ ਅਗੰਮ ਸ਼ਬਦ ਹੈ ਗੁਰਬਾਣੀ 'ਚ ਦੋ ਰੂਪਾਂ ਵਿੱਚ ਆਉਂਦਾ ਹੈ। ਜੀ ਇੱਕ ਐੜਾ ਗੱਗਾ ਮੰਮਾ ਅਗੰਮ, ਅਗਮ ਇੱਕ ਐੜਾ ਗੱਗੇ ਨੂੰ ਟਿੱਪੀ ਮੰਮਾ ਅਗੰਮ। ਜੀ ਇਹਦੇ ਅਖਰੀ ਅਰਥ ਨੇ ਗਮਤਾ ਤੋਂ ਰਹਿਤ, ਜੀ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਹੈ। ਜੀ ਇੱਥੇ ਕਿਉਂਕਿ ਟਿੱਪੀ ਲੱਗੀ ਹੋਈ ਹੈ ਇਸ ਲਈ ਇਹਨੂੰ ਅਗੰਮ ਅਗੰਮ ਜੀ ਅਸੰਖ ਲੋ, ਜੀ ਲੋ ਦਾ ਲੋਏ ਨਹੀਂ ਬਣਨਾ, ਲੋ ਲੋ ਲੱਲੇ ਨੂੰ ਲੋ ਹੋੜਾ ਐੜਾ ਲੋ, ਜੀ ਇਹਦਾ ਅਰਥ ਹੈ ਲੋਕ। ਲੋਕ ਅਸੰਖਾਂ ਹੀ ਲੋਕ, ਜੀ ਜੀ ਅਸੰਖਾਂ ਹੀ ਦੁਨੀਆ ਹਨ। ਜੀ ਜੀ ਜਿਵੇਂ ਆਪਾਂ ਕਹਿੰਦੇ ਬੜੇ ਕੰਟਰੀ ਹਨ, ਜੀ ਜੀ ਹੁਣ ਸਾਰੇ ਕੰਟਰੀ ਤਾਂ ਕੋਈ ਦੇਖ ਨਹੀਂ ਸਕਦਾ। ਜੀ ਭਾਵ ਪਰਮਾਤਮਾ ਦੀ ਰਚਨਾ ਵਿੱਚ ਐਸੇ ਕੰਟਰੀ ਵੀ ਹਨ ਜੀ ਜਿੱਥੇ ਸਾਡੀ ਪਹੁੰਚ ਹੀ ਨਹੀਂ ਹੈਗੀ। ਜੀ ਫਿਰ ਮਹਾਰਾਜ ਕਹਿੰਦੇ ਅਸੰਖ ਕਹੇ ਸਿਰ ਪਾਰ ਹੋਏ। ਜੀ ਕਹਿੰਦੇ ਅਸੀਂ ਅਸੰਖ ਕਹਿ ਰਹੇ ਹਾਂ ਜਾਂ ਜਿਹੜੇ ਕਹਿੰਦੇ ਹਨ, ਜੀ ਇਹਦਾ ਵੀ ਸਿਰ ਤੇ ਪਾਰ ਚੜਦਾ। ਜੀ ਕਿਉਂ? ਜੀ ਮਤਲਬ ਕੋਈ ਇਹ ਸਮਝ ਲੈ ਕਿ ਅਸੀਂ ਗਿਣਤੀ ਕਰ ਲਈਏ। ਜੀ ਅਸੀਂ ਗਿਣਤੀ ਨਹੀਂ ਕਰ ਸਕਦੇ, ਜੀ ਪਰ ਸਾਡੀ ਮਜਬੂਰੀ ਹੈ। ਜੀ ਅਖਰੀ ਨਾਮ, ਜੇ ਅਸੀਂ ਉਹਦਾ ਨਾਮ ਲੈਣਾ ਹੈ ਜੀ ਤੇ ਕੋਈ ਨਾ ਕੋਈ ਅੱਖਰ ਵਰਤਣਾ ਪਏਗਾ। ਜੀ ਜੀ ਚਾਰ ਸਰੀਰ ਬੈਠੇ ਨੇ, ਜੀ। ਅਸੀਂ ਕਿਸੇ ਦਾ ਨਾਮ ਲੈ ਕੇ ਆਵਾਜ਼ ਮਾਰਨੀ ਹੈ ਜੀ ਤਾਂ ਅੱਖਰ ਵਰਤਣੇ ਪੈਣ। ਬਰਤਨ ਜੀ तो अखरी साला, ਜੀ जे किसी ਨੂੰ ਐਪਰੀਸ਼ੀਏਟ ਕਰਨਾ ਹੈ, ਸਿਫਤ ਕਰਨੀ ਹੈ, ਜੀ ਵਾਹ 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 ਵਾਹ, ਅੱਖਰ ਤੇ ਵਰਤੇ ਗਏ। ਜੀ तो ਅਖਰੀ ਨਾਮ, ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ। ਜੀ ਜੇ ਮੈਂ ਸਮਝਾ ਰਿਹਾ ਜੀ ਤਾਂ ਅੱਖਰ ਵਰਤਣੇ। ਬਿਲਕੁਲ ਜੀ ਜੇ ਪਰਮਾਤਮਾ ਦੀ ਕੀਰਤੀ ਕਰਨੀ, ਬਾਣੀ ਪੜ੍ਹਨੀ, ਉਹ ਵੀ ਅੱਖਰਾਂ ਨਾਲ ਪੜ੍ਹਨੀ। ਜੀ ਅਖਰੀ ਗਿਆਨ, ਅਖਰੀ ਲਿਖਣ, ਬੋਲਣ, ਬਾਣ। ਜੀ ਜੇ ਬਾਣੀ ਲਿਖਣੀ ਹੈ ਤਾਂ ਵੀ ਅੱਖਰ ਵਰਤਣੇ ਪਏ, ਬੋਲਣੀ ਤਾਂ ਵੀ ਜੀ ਅੱਖਰਾਂ ਸੇ ਸੰਜੋਗ ਵਿਖਾਣ। ਜੀ ਇਹ ਜਿਤਨਾ ਸਾਡਾ ਮਿਲਾਪ ਵਿਛੜਨਾ, ਇਹ ਵੀ ਅੱਖਰਾਂ ਵਿੱਚ। ਜੀ ਅਖੀਰ ਤੁਮਾਰੇ ਕਹਿੰਦੇ ਜਿਨ ਇਹ ਲਿਖੇ, ਜਿਨੇ ਲਿਖੇ ਜਿਸ ਪਰਮਾਤਮਾ ਨੇ ਇਹ ਲੇਖ ਲਿਖੇ ਨੇ ਤੇ ਸਿਰ ਨਾ ਹੈ, ਜੀ ਉਹਦੇ ਸਿਰ ਤੇ ਕੋਈ ਲੇਖਾ ਨਹੀਂ। ਜੀ ਜੇ ਫਰਮਾਏ ਤੇ ਵੀ ਪਾਏ, ਜੀ ਜੀ ਜਿਵੇਂ ਉਹਦਾ ਹੁਕਮ ਹੁੰਦਾ ਉਵੇਂ ਜੀਵ ਕਰਮ ਫਲ ਪਾਉਂਦਾ। ਜੀ ਇਹਦਾ ਇਹ ਮਤਲਬ। ਜੀ ਅੱਗੇ ਵੀ ਇਹ ਜੇਤਾ ਕੀਤਾ ਤੇਤਾ ਹਾਂ, ਜੇਤਾ ਕੀਤਾ, ਜਿਤਨਾ ਪਰਮਾਤਮਾ ਨੇ ਸੰਸਾਰ ਬਣਾਇਆ ਹੈ, ਜੀ ਇਹ ਸਭ ਉਹਦੀ ਵਡਿਆਈ, ਉਹਦਾ ਨਾਮ ਹੈ। ਜੀ ਵਿਣ ਨਾਮ ਹੈ ਨਾਹੀ ਕੋ ਥਾਉ। ਜੀ ਫਿਰ ਅਖੀਰ ਤੁਮਾਰੇ ਕਹਿੰਦੇ ਕੁਦਰਤ ਕਵਣ ਕਹਾਂ ਵਿਚਾਰ। ਜੀ ਇੱਥੇ ਕੁਦਰਤ ਦਾ ਮਤਲਬ ਹੈ ਮੇਰੀ ਕੀ ਸਮਰੱਥਾ ਹੈ ਜੀ ਜੀ ਕਿ ਮੈਂ ਪਰਮਾਤਮਾ ਦੇ ਕੀਤੇ ਕੰਮਾਂ ਦੀ ਕੋਈ ਵਿਚਾਰ ਕਰ ਸਕਾਂ। ਜੀ ਜੀ ਵਾਰਿਆ ਨਾ ਜਾਵਾਂ ਇੱਕ ਇੱਕ ਵਾਰ, ਜੀ। ਬਸ ਮੈਂ ਤੇ ਕਹਿੰਦਾ ਜੋ ਤੁਧ ਭਾਵੈ ਸਾਈ ਭਲੀ ਕਾਰ, ਜੀ ਤੂੰ ਸਦਾ ਸਲਾਮਤ ਨਿਰੰਕਾਰ। ਜੀ ਜੀ ਸੋ ਤੁਸੀਂ ਇਹ ਆਪਣਾ ਦੇਖ ਰਹੇ ਸੀ ਗੁਰਬਾਣੀ ਗਿਆਨ ਪ੍ਰੋਗਰਾਮ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਗੁਰਬਾਣੀ ਨਾਲ ਸੰਬੰਧਿਤ ਕੋਈ ਵੀ ਸਵਾਲ ਜਿਹੜੇ ਹੈ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ। ਇਹ ਪ੍ਰੋਗਰਾਮ ਹਰ ਸੰਡੇ ਨੂੰ 7 ਤੋਂ 8 ਵਜੇ ਸਵੇਰੇ ਲਾਈਵ ਆਉਂਦਾ ਹੈ ਤੇ ਸਾਡਾ ਜੋ ਇਹ ਪ੍ਰੋਗਰਾਮ ਦਾ ਮਕਸਦ ਹੈ ਵੀ ਗੁਰਬਾਣੀ ਦਾ ਜਿੰਨਾ ਵੱਧ ਤੋਂ ਵੱਧ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਸਕੇ, ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਇਹ ਇੱਕ ਕਰੋਨਾ ਜਿਹੜੀ ਇੱਕ ਵੱਡੀ ਬਿਮਾਰੀ ਜਿਹੜੀ ਹੈ ਸੰਸਾਰ ਪੱਧਰ 'ਚ ਫੈਲੀ ਹੋਈ ਹੈ, ਉਹਦੇ ਕਾਰਨ ਲੋਕ ਘਰਾਂ ਦੇ ਵਿੱਚ ਬੰਦ ਵੀ ਨੇ ਤੇ ਅਸੀਂ ਸਾਡਾ ਇੱਕ ਉਪਰਾਲਾ ਸੀ ਵੀ ਇਹ ਘਰ ਘਰ ਵਿੱਚ ਗੁਰਬਾਣੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਕੀਤਾ ਜਾ ਸਕੇ ਤੇ ਤੁਸੀਂ ਕੋਸ਼ਿਸ਼ ਕਰੋ। ਸਾਰੇ ਸੰਤਾਂ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਜਿਹੜਾ ਗੁਰਬਾਣੀ ਦਾ ਪ੍ਰਚਾਰ ਹੈ ਸਾਰੇ ਵੱਧ ਤੋਂ ਵੱਧ ਕਰ ਸਕੀਏ। ਬਾਪੂ ਜੀ ਇੱਕ ਲਾਸਟ ਸਵਾਲ ਹੈ ਆਪਣੇ ਕੋਲ, 2 ਮਿੰਟ ਨੇ ਜੀ। ਤੇ ਇੱਕ ਜਪਜੀ ਸਾਹਿਬ ਦਾ ਹੀ ਹੈਗਾ, ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਤੇ ਇਹ ਕਾਦੀਆ ਸ਼ਬਦ ਜਿਹੜਾ ਹੈਗਾ ਅਸਲ ਵਿੱਚ ਸਵਾਲ ਤੇ ਤੁਹਾਡਾ ਬੜਾ ਅਹਿਮ, ਜੀ ਪਰ ਜਿਤਨਾ ਸਮਾਂ ਤੁਹਾਡੇ ਕੋਲ ਹੈ ਜੀ ਇੰਨੇ ਸਮੇਂ ਵਿੱਚ ਇਹਨੂੰ ਕਲੀਅਰ ਨਹੀਂ ਕੀਤਾ ਜਾ ਸਕਦਾ। ਜੀ ਜੀ ਸਿਰਫ ਮੈਂ ਇਸ਼ਾਰਾ ਕਰ ਦੇਣਾ ਜੀ ਕਿ ਫਿਰ ਉਹੀ ਪ੍ਰੋਬਲਮ ਹੈ ਜੀ ਕਿ ਸਿਰਫ ਵਕਤ ਨਾ ਪਾਇਓ ਕਾਦੀਆਂ ਤੇ ਨਾ ਅੜੋ। ਜੀ ਇਹ ਸਾਰੀ ਪੌੜੀ ਪੜੋ। ਜੀ
ਇਹ ਸਾਰੀ ਪੌੜੀ ਵਿੱਚ ਮਹਾਰਾਜ ਇਹ ਫਰਮਾਉਂਦੇ ਨੇ, ਜੀ ਵੇਲ ਨਾ ਪਾਇਆ ਪੰਡਤੀ, ਜੀ ਨਾ ਤਾਂ ਪੰਡਤਾਂ ਨੇ ਉਹ ਸਮਾਂ ਪਾਇਆ ਜੀ ਜੇ ਲਿਖਣ ਐ, ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੂਰਾ। ਜੇ ਹੋਵੇ ਲੇਖ ਪੁਰਾਣ। ਜੀ ਜੇ ਉਹਨਾਂ ਨੂੰ ਪਤਾ ਹੁੰਦਾ ਜੀ ਤੇ ਜਿਵੇਂ 18 ਪੁਰਾਣ ਲਿਖੇ ਨੇ, ਇੱਕ ਹੋਰ ਲਿਖ ਦਿੰਦੇ, ਜੀ ਜੀ ਵਕਤ ਨਾ ਪਾਇਓ ਕਾਦੀਆਂ। ਜੀ ਸ਼ੁਕਰ ਹੈ ਕਿ ਅਸੀਂ ਗੁਰਬਾਣੀ ਨੂੰ ਵਿਚਾਰਨ ਵਾਲੇ ਪਾਸੇ ਤੁਰ ਪਏ, ਜੀ ਜੀ ਤੁਰੇ ਭਾਵੇਂ ਬਹੁਤ ਲੇਟ ਹਾਂ। ਜੀ ਜੀ ਬਟਾਲੇ ਦੇ ਨੇੜੇ ਇੱਕ ਪਿੰਡ ਹੈ ਜਿਹਦਾ ਨਾਮ ਹੈ ਕਾਦੀਆਂ। ਜੀ ਜੀ ਉੱਥੇ ਇੱਕ ਮੁਸਲਮਾਨਾਂ ਦਾ ਫਿਰਕਾ ਹੈ ਜੀ ਜਿਨ੍ਹਾਂ ਨੂੰ ਕਾਦੀਆਨੀ ਕਹਿੰਦੇ ਨੇ। ਜੀ ਮੈਨੂੰ ਕਿਸੇ ਨੇ ਦੱਸਿਆ ਕਿ ਕਾਦੀਆਨੀ ਅਹਿਮਦੀਆ ਜਮਾਤ ਵਾਲੇ ਜਿਹੜੇ ਨੇ, ਉਹਨਾਂ ਨੇ ਕੁਰਾਨ ਸ਼ਰੀਫ ਪੰਜਾਬੀ 'ਚ ਲਿਖਿਆ ਜੀ ਤੇ ਉਹ ਫ੍ਰੀ ਭੇਟਾ ਦਿੰਦੇ ਨੇ। ਜੀ ਮੈਂ ਉਹਨਾਂ ਨੂੰ ਚਿੱਠੀ ਲਿਖ ਦਿੱਤੀ, ਜੀ ਉਹਨਾਂ ਨੇ ਮੈਨੂੰ ਕੁਰਾਨ ਸ਼ਰੀਫ ਭੇਜ ਦਿੱਤਾ, ਜੀ ਨਾਲ ਹੋਰ ਵੀ ਕਿਤਾਬਾਂ ਭੇਜੀਆਂ। ਜੀ ਉਹਨਾਂ ਵਿੱਚ ਇੱਕ ਕਿਤਾਬਚਾ ਸੀ ਜਿਹਦਾ ਸਿਰਲੇਖ ਸੀ ਵਕਤ ਨਾ ਪਾਇਓ ਕਾਦੀਆਂ। ਜੀ ਉਹਨਾਂ ਨੇ ਇਹਦਾ ਮਤਲਬ ਕੀ ਕੱਢਿਆ ਜੀ ਕਿ ਗੁਰੂ ਨਾਨਕ ਪਾਤਸ਼ਾਹ ਕਹਿ ਗਏ ਨੇ ਆਪਣੇ ਸਿੱਖਾਂ ਨੂੰ ਜੀ ਵੀ ਕਾਦੀਆਂ ਵਾਲਿਆਂ ਨੂੰ ਵਕਤ ਨਾ ਪਾਇਆ ਜੇ, ਜੀ ਜੀ ਉਹਨਾਂ ਨੂੰ ਪੰਗਾ ਨਾ ਪਾਇਆ ਜੇ। ਜੀ ਉਹਦਾ ਮਤਲਬ ਹੀ ਨਹੀਂ ਇਹ ਹੈਗਾ। ਉਹਦਾ ਮਤਲਬ ਤੇ ਹੈ, ਹਿੰਦੂ ਲੋਕ ਵੇਲਾ ਕਹਿੰਦੇ ਨੇ, ਜੀ ਮੁਸਲਮਾਨ ਵਕਤ ਕਹਿੰਦੇ ਨੇ। ਜੀ ਜੀ ਵੇਲ ਨਾ ਪਾਈਆ ਪੰਡਤੀ ਜੀ ਜੇ ਹੋਵੇ ਲੇਖ ਪੁਰਾਣ। ਜੀ ਵਕਤ ਨਾ ਪਾਇਓ ਕਾਦੀਆਂ ਜੀ ਜੇ ਲਿਖਣ ਲੇਖ ਕੁਰਾਨ। ਜੀ ਕਿਉਂਕਿ ਗੁਰਬਾਣੀ ਵਿੱਚ ਜੱਜੇ ਨੂੰ ਦੱਦਾ ਕਰਕੇ ਮਹਾਰਾਜ ਨੇ ਵਰਤਿਆ ਹੈ। ਜੀ ਜਿਹੜੇ ਕਾਜ਼ੀ ਨੇ ਉਹਨੂੰ ਕਾਦੀ ਕਿਹਾ, ਕਾਦੀ ਕੂੜ ਬੋਲ ਮਰ ਖਾਏ। ਜੀ ਜੀ ਭਾਈ ਕਾਦੀਆਂ ਨੂੰ ਵੀ ਉਸ ਟਾਈਮ ਦਾ ਪਤਾ ਨਹੀਂ ਲੱਗਿਆ ਜੀ ਵੀ ਰੱਬ ਨੇ ਦੁਨੀਆ ਕਦੋਂ ਬਣਾਈ ਹੈ। ਜੀ ਜੇ ਪਤਾ ਹੁੰਦਾ ਲਿਖਣ ਲੇਖ ਕੁਰਾਨ। ਰਾਮ ਥਿਤ ਬਾਰ ਨਾ ਜੋਗੀ ਜਾਣਾ, ਜੀ ਰੁੱਤ ਮਾ ਨਾ ਕੋਈ। ਜੀ ਜੋਗੀਆਂ ਨੂੰ ਵੀ ਨਹੀਂ ਪਤਾ, ਜੀ ਜਾ ਕਰਤਾ ਸਿਰ ਠੀਕੋ ਸਾਜੇ, ਜੀ ਆਪੇ ਜਾਣਾ ਸੋਈ। ਜੀ ਜੀ ਇਹਦੇ ਲਈ ਟਾਈਮ ਹੋਰ ਚਾਹੀਦਾ ਜ਼ਿਆਦਾ, ਪਰ ਅੱਛਾ ਜੀ ਤੋ ਗੱਲ ਇਹ ਹੈ ਕਿ ਇੱਥੇ ਮਹਾਰਾਜ ਦਾ ਜਿਹੜਾ ਆਸ਼ਾ ਹੈ ਜੀ ਅਸੀਂ ਉਹਨੂੰ ਨਹੀਂ ਸਮਝ ਰਹੇ, ਜੀ ਕਿਉਂਕਿ ਅਸੀਂ ਇੱਕ ਅੱਖਰ ਨਾਲ ਜੁੜ ਗਏ। ਜੀ 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 ਹੁਣ ਇਹ ਨਹੀਂ ਪਤਾ ਕਿ ਪੁੱਛਣ ਵਾਲੇ ਦੀ ਜਿਹੜੀ ਭਾਵਨਾ ਹੈ ਜੀ ਉਹ ਜਗਿਆਸਾ ਹੈ ਜੀ ਜਾਂ ਸਵਾਦ ਲੈਣ ਵਾਲੀ ਹੈ, ਜੀ ਇਹ ਤਾਂ ਉਹਨੂੰ ਪਤਾ ਹੈ। ਜੀ ਪਰ ਸਾਡਾ ਫਰਜ਼ ਹੈ ਦੱਸਣਾ ਜੀ ਕਿ ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜੀ ਜਿਹੜੇ ਲੋਕ ਇਹ ਕਹਿੰਦੇ ਨੇ ਜੀ ਰੱਬ ਨੇ ਜੀ 7 ਦਿਨ ਦੁਨੀਆ ਬਣਾਈ, ਜੀ ਫਿਰ ਉਹ ਥੱਕ ਗਿਆ, ਜੀ ਫਿਰ ਉਹਨੇ ਸੰਡੇ ਬਣਾਤਾ। ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹਨਾਂ ਗੱਲਾਂ 'ਚ ਕੋਈ ਵਜ਼ਨ ਨਹੀਂ। ਜੀ ਜੀ ਵਕਤ ਬੇਲ ਨਾ ਪਾਈਆ ਪੰਡਤੀ ਜੀ ਜੇ ਹੋਵੇ ਲੇਖ ਪੁਰਾਣ। ਜੀ ਵਕਤ ਨਾ ਪਾਇਓ ਕਾਦੀਆਂ ਜੀ ਜੇ ਲਿਖਣ ਲੇਖ ਕੁਰਾਨ। ਜੀ ਥਿਤ ਵਾਰ ਨਾ ਜੋਗੀ ਜਾਣੈ, ਜੀ ਰੁੱਤ ਮਾਹ ਨਾ ਕੋਈ। ਜੀ ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਫਿਰ ਪਾਤਸ਼ਾਹ ਨੇ ਕਿਵ ਕਰ ਆਖਾਂ, ਜੀ ਮੈਂ ਕੀ ਕਹਾਂ, ਜੀ ਕਿਵ ਸਲਾਹੀ, ਜੀ ਕਿਉਂ ਵਰਨੀ ਕਿਵ ਜਾਣਾ। ਜੀ ਕਿਵੇਂ ਉਹਦਾ ਵਰਣਨ ਕਰਾਂ, ਕਿਵੇਂ ਉਹਨੂੰ ਜਾਣਾ। ਜੀ ਨਾਨਕ ਆਖਣ ਸਭ ਕੋ ਆਖੈ, ਜੀ ਇੱਕ ਦੂ ਇੱਕ ਸਿਆਣਾ। ਸਿਆਣਾ। ਜੀ ਸਭ ਆਪਣੇ ਆਪ ਨੂੰ ਸਿਆਣਾ ਸਿੱਧ ਕਰ ਰਹੇ ਨੇ, ਜੀ ਪਰ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ, ਜੀ ਇਹ ਪਰਮਾਤਮਾ ਹੀ ਜਾਣਦਾ। ਜੀ ਪਰ ਪਾਤਸ਼ਾਹ ਕਹਿੰਦੇ ਨਾਨਕ ਜੇ ਕੋ ਆਪੋ ਜਾਣੈ, ਜੀ ਇਹਨੂੰ ਆਪਾਓ ਪੜਨਾ। ਆਪ ਜੇ ਕੋਈ ਆਪਣੇ ਆਪ ਨੂੰ ਸਿੱਧ ਕਰੇ ਕਿ ਮੈਂ ਦੱਸਾਂਗਾ, ਜੀ ਅੱਗੇ ਗਿਆ ਨਾ ਸੋ ਹੈ। ਜੀ ਪਰਮਾਤਮਾ ਦੀ ਦਰਗਾਹ ਵਿੱਚ ਉਹ ਸ਼ੋਭਾ ਨਹੀਂ ਪਾਏਗਾ, ਜੀ ਕਿਉਂਕਿ ਪਰਮਾਤਮਾ ਦਾ ਕੋਈ ਅੰਤ ਪਾ ਹੀ ਨਹੀਂ ਸਕਦਾ। ਜੀ ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ, ਹਰਨ ਭਰਨ ਜਾ ਕਾ ਨੇਤਰ ਫੋਰ, ਜੀ ਤਿਸ ਕਾ ਮੰਤਰ ਨ ਜਾਣੇ ਹੋਰ। ਹੋਰ। ਜੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜੇ ਕੋਈ ਪੁੱਛਦਾ ਤੇ ਉਹ ਮੂਰਖ ਹੈ। ਜੀ ਪਿਤਾ ਕਾ ਜਨਮ ਕੇ ਜਾਣੇ ਪੂਤ, ਜੀ ਸਗਲ ਪਰੋਈ ਆਪਣੇ ਸੂਤ। ਜੀ ਜੇ ਕੋਈ ਪੁੱਛੇ ਵੀ ਤੇਰੇ ਪਿਓ ਦਾ ਜਨਮ ਕਦੋਂ ਹੋਇਆ ਸੀ, ਜੀ ਉਹ ਕੀ ਦੱਸੇਗਾ। ਉਹ ਕਹਿੰਦਾ ਤਾਂ ਹੈ ਹੀ